ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰੂ ਅਰਜਨ ਜੀ ਟਿਕੇ ਤਰਨ ਤਾਰਨ ਸਥਾਨ। ਸੰਗਮ ਸੰਦਨ ਸੰਗਤਾ ਦਰਸਹਿ ਅਨਗਨ ਆਨ। ਸ਼੍ਰੀ ਗੁਰੂ ਅਰਜਨ ਜੀ ਟਿਕੇ ਤਾਰਨ ਤਰਨ ਸਥਾਨ। ਸੰਗਮ ਸੰਦਨ ਸੰਗਤਾ ਦਰਸਹਿ ਅਨਗਨ ਆਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ, ਹਾਜ਼ਰਾ ਹਜੂਰ ਜਹਰਾ ਜਹੂਰ, ਨੇਚਲ ਚੌਰ ਛਤਰ ਤਖਤ ਕੇ ਮਾਲਕ, ਸ਼ਬਦ ਅਵਤਾਰ ਧੰਨ ਧੰਨ ਸਾਹਿਬ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਹਰ ਰੋਜ਼ ਦੀ ਤਰ੍ਹਾਂ ਨੇਤਰਾਂ ਨੂੰ ਸਫਲ ਬਣਾਇਆ ਹੈ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਜੀ ਪਾਤਸ਼ਾਹ, ਨਿਮਰਤਾ ਕੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਪਤਿਤ ਪਾਵਨ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਵਡਿਆਈ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਅੰਮ੍ਰਿਤ ਰੂਪ ਕਥਾ ਦੇ ਦੁਆਰਾ ਆਪਾਂ ਸ਼ਰਵਣ ਕਰਕੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਜਥਾ ਪ੍ਰਸੰਗ ਖਾਲਸਾ ਜੀ ਕੱਲ ਦੇ ਦੀਵਾਨ ਵਿੱਚ ਆਪ ਸਰਬੱਤ ਸੰਗਤਾਂ ਸ਼ਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਨਿਮਰਤਾ ਪਰਖਣ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਇੱਕ ਕੌਤਕ ਜਿਹਾ ਰਚਿਆ ਕਿ ਆਪਣੇ ਹਜ਼ੂਰ ਰਹਿਣ ਵਾਲੇ ਭਾਈ ਕਮਲੀਆ ਸਿੱਖ ਨੂੰ ਅੰਮ੍ਰਿਤਸਰ ਸਾਹਿਬ ਭੇਜਿਆ, ਸੁਨੇਹਾ ਦਿੱਤਾ ਵੀ ਜਾਓ ਵੇਖੀਏ ਜਰਾ ਵੀ ਸਾਡੇ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਮਹਾਰਾਜ ਦਾ ਜਿਹੜਾ ਤਖਤ ਹੈ ਉਹਦੇ ਉੱਪਰ ਸੱਜ ਬੈਠੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਜੇ ਵੀ ਨਿਮਰਤਾ ਧਾਰੀ ਹੋਈ ਹੈ ਕਿ ਨਹੀਂ, ਕਿਉਂਕਿ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਸ ਵਡਿਆਈ ਸਾਰੇ ਸੰਸਾਰ ਅੰਦਰ ਫੈਲ ਰਹੀ ਹੈ। ਤੋ ਸਾਧ ਸੰਗਤ ਬਾਬਾ ਕਮਲੀਆ ਜੀ ਨੂੰ ਮਹਾਂਪੁਰਖ ਬਾਬਾ ਸ਼੍ਰੀ ਚੰਦ ਜੀਆਂ ਬਚਨ ਕਹੇ ਕਿ ਜਾਓ ਜ਼ਰਾ ਪਰਖੋ, ਅੱਗੇ 500 ਰੁਪਈਆ ਹਰ ਵਰੇ ਭੇਟਾ ਗੁਰੂ ਕੇ ਤਖਤ ਵੱਲੋਂ ਬਖਸ਼ਿਸ਼ ਸਾਨੂੰ ਦਿੱਤੀ ਜਾਂਦੀ ਹੈ। ਇਸ ਵਾਰੀ 500 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦਾ ਤੇ ਇੱਕ ਘੋੜਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸੋਂ ਤੁਸੀਂ ਲੈ ਕੇ ਆਉਣਾ ਹੈ। ਜਦੋਂ ਜਾਣਾ ਹੈ ਤੇ ਬਹਿਣਾ ਨਹੀਂ, ਉੱਥੇ ਜਾ ਕੇ ਖੜੇ ਖਲੋਤਿਆਂ ਨੇ ਭੇਟਾ ਲੈਣੀ ਹੈ। ਭੇਟਾ ਮਿਲਦਿਆਂ ਸਾਰ ਹੀ ਤੁਸੀਂ ਇੱਧਰ ਸਾਡੇ ਵੱਲ ਚੱਲ ਆਉਣਾ ਵਾਪਸ। ਬਾਬਾ ਸ਼੍ਰੀ ਚੰਦ ਜੀ ਦਾ ਹੁਕਮ ਪ੍ਰਾਪਤ ਕਰਕੇ ਭਾਈ ਕਮਲੀਆ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਖੜੇ ਹੋ ਕਰਕੇ ਥੋੜੇ ਰੁੱਖੇ ਜੇ ਸੁਭਾਅ, ਰੁੱਖੀ ਜੀ ਬੋਲੀ ਦੇ ਨਾਲ ਬੋਲੇ ਕਿ ਹੇ ਗੁਰੂ ਅਰਜਨ ਦੇਵ, ਮੈਨੂੰ ਮਹਾਂਪੁਰਖ ਬਾਬਾ ਸ਼੍ਰੀ ਚੰਦ ਜੀਆਂ ਭੇਜਿਆ ਤੇ 1000 ਰੁਪਈਆ ਤੇ ਨਾਲ ਇੱਕ ਘੋੜਾ ਭੇਟਾ ਵਜੋਂ ਮੈਂ ਲੈ ਕੇ ਜਾਣਾ ਤੇ ਖੜਨਾ ਬਹਿਣਾ ਨਹੀਂ, ਬਹੁਤਾ ਸਮਾਂ ਨਹੀਂ, ਅਭੀ ਕੇ ਅਭੀ ਲੈ ਕੇ ਜਾਣੇ ਹਨ। ਭਾਵੇਂ ਰੁੱਖਾ ਹੀ ਬੋਲਿਆ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਦਰ ਨਿਮਰਤਾ
ਐਸੀ ਹੈ ਕਿ ਸੰਸਾਰ ਵਿੱਚ ਹੋਰ ਕੋਈ ਪ੍ਰਮਾਣ ਨਹੀਂ ਲੱਭਦਾ। ਅਪਰਮੇਵ ਹਨ ਸੱਚੇ ਪਾਤਸ਼ਾਹ ਜੀ। ਹੱਸ ਕੇ ਕਹਿਣ ਲੱਗੇ, ਠੀਕ ਹੈ ਕਮਲੀਆ ਜੀ, ਜ਼ਰੂਰ ਭਾਈ, ਤੁਹਾਡਾ ਘਰ ਹੈ, ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਬਾਬਾ ਸ਼੍ਰੀ ਚੰਦ ਜੀ ਤੋਂ ਸਾਨੂੰ ਵੱਡਾ ਕੌਣ ਹੈ? ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਾਹਿਬਜ਼ਾਦੇ ਹਨ। ਤੋ ਉਹਨਾਂ ਦਾ ਹੁਕਮ ਅਸੀਂ ਭਲਾ ਕਿਵੇਂ ਮੋੜ ਸਕਦੇ ਹਾਂ? ਤੁਸੀਂ ਗੱਫਾ ਪਾਣੀ ਪ੍ਰਸ਼ਾਦਾ ਛਕਾਓ ਲੰਗਰ ਵਿੱਚੋਂ ਤੇ ਭੇਟਾ ਲੈ ਜਾਣਾ। ਭਾਈ ਕਮਲੀਆ ਜੀ ਗੁਰੂ ਰਾਮਦਾਸ ਮਹਾਰਾਜ ਲੰਗਰ ਵਿੱਚ ਪਹੁੰਚੇ, ਜਿੱਥੇ ਧੰਨ ਮਾਤਾ ਗੰਗਾ ਜੀ ਆਪ ਹੱਥੀਂ ਸੇਵਾ ਕਰ ਰਹੇ ਹੈ। ਸੰਗਤਾਂ ਦਾ ਇਕੱਠ ਬਹੁਤ ਹੈ। ਧੰਨ ਮਾਤਾ ਗੰਗਾ ਜੀ ਆਪ ਵਰਤਾਵੇ ਲੱਗੇ ਹੋਏ ਹਨ। ਭਾਈ ਕਮਲੀਆ ਜੀ ਜਾ ਪੰਗਤ ਵਿੱਚ ਖੜੇ ਹੋਏ, ਸਾਰੀ ਸੰਗਤ ਬੈਠੀ ਹੈ ਤੇ ਭਾਈ ਕਮਲੀਆ ਜੀ ਖੜੇ ਹੋ ਕੇ ਉੱਚੀ ਆਵਾਜ਼ ਵਿੱਚ ਰੁੱਖੇ ਜੇ ਬਚਨ ਬੋਲੇ ਕਿ ਉਹ ਮਾਤਾ ਗੰਗਾ ਜੀ, ਲਿਆਓ, ਮੈਨੂੰ ਕਾਹਲੀ ਬਹੁਤ ਹੈ ਤੇ ਛੇਤੀ ਹੱਲੇ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਓ। ਨਹੀਂ ਸੁਣਿਆ ਮਾਤਾ ਗੰਗਾ ਜੀ ਨੂੰ ਕਿਤੇ। ਦੂਜੀ ਵਾਰੀ ਫੇਰ, ਤੀਜੀ ਵਾਰੀ ਫੇਰ ਇਸ ਤਰ੍ਹਾਂ ਬੇਰੁਖੇ ਜੇ ਬਚਨ ਬੋਲੇ ਤੇ ਮਾਤਾ ਗੰਗਾ ਜੀਆਂ ਨੇ ਸੁਭਾਅ ਕੀ ਕਹਿ ਦਿੱਤਾ ਵੀ ਭਾਈ ਕਮਲੀਆ ਜੀ, ਬਾਬਾ ਜੀ, ਜਦੋਂ ਵੀ ਤੁਸੀਂ ਆਉਂਦੇ ਹੋ ਤੇ ਖੜੇ ਰਹਿੰਦੇ ਹੋ ਪੰਗਤ ਅੰਦਰ, ਜਿਵੇਂ ਸਾਰੀ ਸੰਗਤ ਬੈਠੀ ਹੈ, ਪ੍ਰਸ਼ਾਦਾ ਆਨੰਦ ਨਾਲ ਛਕਿਆ ਕਰੋ। ਜਿਵੇਂ ਕੋਈ ਸੈਨਾਪਤ ਜਾਂ ਕੋਈ ਥਾਣੇਦਾਰ ਖੜਿਆ ਰੋਹਬ ਮਾਰਦਾ, ਤੁਸੀਂ ਇਸ ਤਰ੍ਹਾਂ ਲੰਗਰ ਵਿੱਚ ਕਰਦੇ ਹੋ ਜਦੋਂ ਆਉਂਦੇ ਹੋ। ਇਸ ਤਰ੍ਹਾਂ ਦੇ ਬਚਨ ਕਹਿ ਕੇ ਮਾਤਾ ਗੰਗਾ ਜੀਆਂ ਪ੍ਰਸ਼ਾਦਾ ਪਾਣੀ ਸਾਰਾ ਛਕਾ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚ ਕੇ ਭਾਈ ਕਮਲੀਆ ਜੀਆਂ 1000 ਰੁਪਈਆ ਤੇ ਘੋੜਾ ਲਿਆ ਤੇ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਪਹੁੰਚੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਇੱਕ ਕਮਲੀਏ ਸਿੱਖ ਦਾ ਸਤਿਕਾਰ ਕਰਦਿਆਂ ਹੋਇਆਂ 2 ਆਪਣੇ ਨਾਲੋਂ ਸਿੱਖ ਜਿਹੜੇ ਆ ਦਿੱਤੇ ਆ ਵੀ ਇਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਛੱਡ ਕੇ ਆਓ ਸਤਿਕਾਰ ਨਾਲ। ਜਦੋਂ ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਪਹੁੰਚੇ, ਉਹਨਾਂ ਪੁੱਛਿਆ ਕਿ ਸਾਨੂੰ ਸਾਰੀ ਖਬਰ ਗੱਲ ਸੁਣਾਓ, ਪਤਾ ਲੱਗੇ ਸਾਨੂੰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਅਜੇ ਵੀ ਨਿਮਰਤਾ ਹੈ ਕਿ ਨਹੀਂ। ਤੋ ਬਾਬਾ ਕਮਲੀਆ ਜੀਆਂ ਸਾਧ ਸੰਗਤ ਜੀ ਸਾਰੇ ਬਚਨ ਦੱਸੇ ਵੀ ਮੈਂ ਬਹੁਤ ਰੁੱਖਾ ਬੋਲਿਆ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ, ਪਰ ਪਾਤਸ਼ਾਹ ਦੇ ਸੁਭਾਅ ਦੇ ਵਿੱਚ ਮਾਸਾ ਵੀ ਫਰਕ ਨਹੀਂ ਪਿਆ। ਉਹ ਤਾਂ ਬਿਲਕੁਲ ਉਸਤਤ ਨਿੰਦਿਆ ਤੋਂ ਰਹਿਤ ਹੈ, ਬਹੁਤ ਬ੍ਰਹਮ ਗਿਆਨ ਵਾਲਾ ਸੁਭਾਅ ਹੈ। ਉਹਨਾਂ ਨੇ ਸਾਡੀ ਗੱਲ ਦਾ ਤਨਕ ਮਾਤਰ ਵੀ ਗੁੱਸਾ ਨਾ ਕੀਤਾ। ਬੜੀ ਨਿਮਰਤਾ ਗੁਰੂ ਅਰਜਨ ਦੇਵ ਸਾਹਿਬ ਵਿੱਚ। ਫਿਰ ਅਸੀਂ ਲੰਗਰ ਵਿੱਚ ਗਏ, ਖੜ ਕੇ ਜਿਵੇਂ ਅਸੀਂ ਪ੍ਰਸ਼ਾਦਾ ਮੰਗਿਆ। ਮਾਤਾ ਗੰਗਾ ਜੀਆਂ ਜ਼ਰੂਰ ਸਾਨੂੰ ਇੰਨੇ ਕੁ ਬਚਨ ਕਹੇ ਵੀ ਥਾਣੇਦਾਰ ਵਾਂਗੂ ਜਾਂ ਕੋਤਵਾਲ ਵਾਂਗੂ ਖੜ ਕੇ ਹੀ ਮੰਗ ਲੈਂਦੇ ਹੋ, ਬਹਿ ਕੇ ਆਨੰਦ ਨਾਲ ਪ੍ਰਸ਼ਾਦਾ ਛਕਿਆ ਕਰੋ। ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਪਰਖ ਕਰ ਰਹੇ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਤਾਂ ਗੁੱਸਾ ਨਾ ਕੀਤਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਧਰਤੀ ਵਾਂਗੂ ਧੀਰਜ ਧਾਰੀ ਹਨ। ਪਰ ਵੇਖੋ ਮਾਤਾ ਗੰਗਾ ਜੀ ਦੀ ਗੱਲ ਦਾ ਬਚਨ ਦਾ ਬਾਬਾ ਸ਼੍ਰੀ ਚੰਦ ਜੀ ਆਪ ਗੁੱਸਾ ਕੀਤਾ ਹੈ। ਤੋ ਸੁਭਾਅ ਕੀ ਕਹਿ ਦਿੱਤਾ, ਕਿਉਂਕਿ ਪਤਾ ਹੁੰਦਾ ਹੈ ਸਾਧੂ ਹੈ, ਫਿਰ ਵੀ ਜਤੀ ਬਹੁਤ ਨੇ ਤੇ ਆਉਣ ਵਾਲਾ ਸਮਾਂ ਕਿ ਕੈਸਾ ਹੋਵੇਗਾ ਕਿ ਜੇ ਮਾਤਾ ਗੰਗਾ ਜੀ ਕਹਿੰਦੇ ਹੈ ਤੁਹਾਨੂੰ ਸਿੱਖ ਨੂੰ ਵੀ ਸੈਨਾਪਤੀ ਵਾਂਗੂ ਜਾਂ ਕੋਤਵਾਲ ਵਾਂਗੂ ਆ ਕੇ ਰੋਹਬ ਮਾਰਦੇ ਹੈ। ਉਹਨਾਂ ਵੇਖਿਆ ਨਹੀਂ, ਇਹ ਤਾਂ ਗੁਰੂ ਕੇ ਸਿੱਖ ਹੈ ਤੇ ਕੋਤਵਾਲਾਂ ਦਾ ਰੋਹਬ ਜਿਹੜਾ ਹੁੰਦਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ। ਕੋਈ ਗੱਲ ਨਹੀਂ, ਸਮਾਂ ਆਏ ਤੇ ਉਹ ਕੋਤਵਾਲਾਂ ਦਾ ਰੋਹਬ ਵੀ ਵੇਖ ਲੈਣਗੇ। ਤੇ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਨਿਮਰਤਾ ਦੇ ਨਾਲ ਸਾਨੂੰ ਇੱਕ ਘੋੜਾ ਤੇ 1000 ਰੁਪਈਆ ਦਿੱਤਾ ਹੈ, ਮਾਇਆ ਰੁਲਦੀ ਫਿਰੇਗੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ। ਤੇ ਨਾਲ ਹੀ ਘੋੜਾ ਸੁੰਦਰ ਵੇਖ ਕੇ ਪ੍ਰਸੰਨ ਹੁੰਦੇ ਬਾਬਾ ਸ਼੍ਰੀ ਚੰਦ ਜੀਆਂ ਬਚਨ ਕਹੇ ਕਿ ਹੁਣ ਗੁਰੂ ਕੇ ਘਰ ਵਿੱਚ ਤਬੇਲਿਆਂ ਦੀ ਜਿਹੜੀ ਵੈ ਉਸਾਰੀ ਤੇ ਤਬੇਲਿਆਂ ਵਿੱਚ ਘੋੜਿਆਂ ਦੀ ਬੜੀ ਆਮਦ ਹੋਵੇਗੀ, ਸੈਨਾ ਮਹਾਰਾਜ ਦੇ ਘਰ ਦੀ ਆਪਦੀ ਹੋਵੇਗੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਆਪਣੀ ਫੌਜ ਹੋਇਆ ਕਰੇਗੀ। ਉਹ ਸਾਧ ਸੰਗਤ ਜੀ ਐਸਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਬਾਬਾ ਸ਼੍ਰੀ ਚੰਦ ਜੀ ਦੇ ਬਚਨ ਵੀ ਸਫਲ ਹੋਏ ਸੀ,
ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਬੇਅੰਤ ਫੌਜਾਂ, ਗੁਰੂ ਕੇ ਸਿੱਖ ਜਰਵਾਣੇ ਗੱਭਰੂ ਤਿਆਰ ਬਰ ਤਿਆਰ ਸ਼ਸਤਰ ਧਾਰ ਕੇ ਰਹਿੰਦੇ ਸਨ, ਜਿਨ੍ਹਾਂ ਫਿਰ 4 ਯੁੱਧ ਲੜੇ। ਅੱਗੇ ਸਾਧ ਸੰਗਤ ਜੀ, ਜਿਵੇਂ ਜਿਹੜਾ ਜਹਾਂਗੀਰ ਬਾਦਸ਼ਾਹ ਹੈ, ਇਹਦਾ ਆਪਦੇ ਪੁੱਤਰ ਨਾਲ ਝਗੜਾ ਹੋਇਆ ਤੇ ਇਹਦਾ ਪੁੱਤਰ ਤਖਤ ਤੇ ਆਪਣਾ ਅਧਿਕਾਰ ਜਮਾਉਂਦਾ ਸੀ, ਦਾਅਵਾ ਕਰਦਾ ਸੀ। ਉਹਦੇ ਝਗੜੇ ਦੇ ਕਾਰਨ ਜਿਵੇਂ ਖੁਸਰੋ ਦੌੜਿਆ ਦਿੱਲੀ ਤੋਂ, ਯੁੱਧ ਵਿੱਚ ਹਾਰਨ ਕਰਕੇ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਮਹਾਰਾਜ ਦੇ ਨਾਲ ਮਿਲਿਆ, ਜਿਸ ਕਰਕੇ ਬਾਦਸ਼ਾਹ ਜਹਾਂਗੀਰ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲਾਹੌਰ ਸੱਦਿਆ ਸੀ ਵੀ ਇਹ 2 ਲੱਖ ਰੁਪਈਆ ਸਾਨੂੰ ਦਿਓ, ਤੁਹਾਨੂੰ ਡੰਨ ਲਾਉਣੇ, ਤੁਸੀਂ ਹਕੂਮਤ ਦੇ ਬਾਗੀ ਨੂੰ ਪਨਾਹ ਦਿੱਤੀ ਹੈ। ਉਹ ਜਿਵੇਂ ਬਾਦਸ਼ਾਹ ਦਾ ਪੁੱਤਰ ਖੁਸਰੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਤਰਨ ਤਾਰਨ ਸਾਹਿਬ ਪਹੁੰਚਾ ਹੈ, ਉਹ ਪ੍ਰਸੰਗ ਜਾਵੇਗਾ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਹਿਰਦੇ ਵਸਾਓ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਅਰਜਨ ਜੀ ਟਿਕੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੇਅੰਤ ਜੀਵਾਂ ਦੀ ਕਲਿਆਣ ਕਰ ਰਹੇ ਹੈ। ਕਈ ਦਿਨ, ਕਈ ਕੁ ਮਹੀਨੇ ਸਮਾਂ ਮਹਾਰਾਜ ਨੇ ਇਸ ਤਰ੍ਹਾਂ ਜੀਵਾਂ ਦੀ ਕਲਿਆਣ ਕਰਦਿਆਂ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਕੀਤਾ ਹੈ। ਤਾਰਨ ਤਰਨ ਸਥਾਨ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਇੱਕ ਦਿਨ ਸੰਗਤਾਂ ਦੇ ਸਮੇਤ ਕੁਝ ਦਿਨਾਂ ਵਾਸਤੇ ਤਰਨ ਤਾਰਨ ਸਾਹਿਬ ਦਾ ਜਿਹੜਾ ਪਵਿੱਤਰ ਸਥਾਨ ਬਣਿਆ ਹੋਇਆ ਹੈ, ਇੱਥੇ ਸਮੇਤ ਸੰਗਤਾਂ ਦੇ ਆਏ ਹੋਏ ਹਨ। ਸੰਗਮ ਸੰਦਨ ਸੰਗਤਾਂ ਪਾਤਸ਼ਾਹ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਨ। ਗੁਰੂ ਘਰ ਦੇ ਮੁਖੀ ਮਨਸੰਦ ਸਿੱਖ ਜਿਹੜੇ ਹੈ ਮੋਹਰੀ, ਉਹ ਸਾਰੇ ਹਜ਼ੂਰ ਦੇ ਨਾਲ ਹੈ। ਦਰਸਹਿ ਅਨਗਨ ਆਨ ਤੇ ਹੋਰ ਵੀ ਇਸ ਇਲਾਕੇ ਦੀਆਂ ਬੇਅੰਤ ਸੰਗਤਾਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਹਨ। ਚੌਪਈ ਜਹਾਂਗੀਰ ਕਿਸ ਕਾਰਨ ਕਰਕੇ। ਇਧਰ ਸਾਧ ਸੰਗਤ ਜੀ, ਜਿਹੜਾ ਬਾਦਸ਼ਾਹ ਜਹਾਂਗੀਰ ਹੈ ਦਿੱਲੀ ਤਖਤ ਦਾ ਨਸ਼ੀਨ, ਇਹ ਬਾਦਸ਼ਾਹ ਜਹਾਂਗੀਰ ਦਾ ਕਿਸੇ ਕਾਰਨ ਕਰਕੇ ਝਗੜਾ ਹੋ ਗਿਆ ਆਪਣੇ ਪੁੱਤਰ ਖੁਸਰੋ ਦੇ ਨਾਲ। ਇੱਕ ਸਹਿਜਾਦੇ ਸੋਰਿਸ ਧਰ ਤੇ ਕੇ। ਇਹਦੇ ਜਿਹੜਾ ਸ਼ਹਿਜ਼ਾਦਾ ਸੀ ਨਾ ਜਹਾਂਗੀਰ ਦਾ, ਸਾਹਿਬਜ਼ਾਦਾ ਸਪੁੱਤਰ ਖੁਸਰੋ, ਉਹਦੇ ਨਾਲ ਝਗੜਾ ਹੋ ਗਿਆ ਬਾਦਸ਼ਾਹ ਜਹਾਂਗੀਰ ਦਾ। ਉਹ ਗੱਲ ਸਾਧ ਸੰਗਤ ਜੀ ਇਸ ਤਰ੍ਹਾਂ ਸੀ ਵੀ ਜਿਹੜਾ ਬਾਦਸ਼ਾਹ ਜਹਾਂਗੀਰ ਦਾ ਬਾਪ ਸੀ ਨਾ ਅਕਬਰ, ਉਹ ਜਹਾਂਗੀਰ ਨੂੰ ਨਹੀਂ, ਸਿੱਧਾ ਆਪਦੇ ਪੋਤਰੇ ਨੂੰ ਤਖਤ ਦੇਣਾ ਚਾਹੁੰਦਾ ਸੀ ਦਿੱਲੀ ਦਾ, ਉਹਨੂੰ ਬਾਦਸ਼ਾਹਤ ਦੇਣਾ ਚਾਹੁੰਦਾ ਸੀ, ਰਾਜ ਭਾਗ। ਪਰ ਉਹ ਅਕਬਰ ਦੇ ਮਰਨ ਪਿੱਛੋਂ ਇਹ ਜਿਹੜਾ ਖੁਸਰੋ ਸੀ ਅਕਬਰ ਦਾ ਪੋਤਰਾ, ਉਹ ਤਖਤ ਦਾ ਦਾਅਵਾ ਰੱਖਦਾ ਸੀ। ਪਰ ਜਹਾਂਗੀਰ ਬਾਦਸ਼ਾਹ ਨੇ ਕਿਸੇ ਤਰ੍ਹਾਂ ਤਖਤ ਹਾਸਲ ਕਰ ਲਿਆ। ਨਾਮ ਇਹਦਾ ਸਲੀਮ ਸੀਗਾ ਤੇ ਇਹਨੇ ਆਪਦਾ ਨਾਮ ਜਹਾਂਗੀਰ ਧਰਾ ਕਰਕੇ ਤਖਤ ਹਾਸਲ ਕੀਤਾ ਹੈ। ਤਖਤ ਤੇ ਬੈਠਾ ਦਿੱਲੀ ਦੇ ਤੇ ਰਾਜਾ ਬਣਿਆ, ਬਾਦਸ਼ਾਹ ਬਣਿਆ। ਤੇ ਇਹਦਾ ਪੁੱਤਰ ਨੇ ਫਿਰ ਬਗਾਵਤ ਕਰ ਦਿੱਤੀ ਸੀ ਵੀ ਅਕਬਰ ਬਾਦਸ਼ਾਹ ਮੇਰਾ ਦਾਦਾ ਜਹਾਂਗੀਰ ਦਾ ਪਿਓ ਮੈਨੂੰ ਤਖਤ ਦੇਣਾ ਚਾਹੁੰਦਾ ਸੀ, ਪਰ ਮੇਰੇ ਬਾਪ ਨੇ ਦਰੋਹ ਤੇ ਧੱਕੇ ਦੇ ਨਾਲ ਇਹ ਤਖਤ ਨੱਪ ਲੈਣਾ ਕੀਤਾ ਹੈ। ਮੈਂ ਇਸ ਤਖਤ ਦਾ ਵਾਰਸ ਸੀਗਾ। ਜਦੋਂ ਦਾਅਵਾ ਕਰ ਦਿੱਤਾ ਤੇ ਬਾਦਸ਼ਾਹ ਜਹਾਂਗੀਰ ਨੇ ਫਿਰ ਆਪਣੇ ਪੁੱਤਰ ਨੂੰ ਕੈਦ ਕਰ ਲਿਆ ਸੀ, ਖੁਸਰੋ ਨੂੰ। ਕੁਝ ਸਮੇਂ ਬਾਅਦ ਕੈਦ ਰਿਹਾ ਤੇ ਫਿਰ ਜੇਲ੍ਹ ਚੋਂ ਨਿਕਲਣ ਵਿੱਚ ਇਹ ਸਫਲ ਹੋਇਆ ਤੇ ਦੌੜ ਕੇ ਸਾਧ ਸੰਗਤ ਜੀ ਨੇ ਇਕੱਠੇ ਕਰਕੇ ਇੱਕ ਜੰਗ ਵੀ ਲੜੀ ਦੀ ਦੱਸੀ ਹੈ ਜਹਾਂਗੀਰ ਦੇ ਨਾਲ ਇਹਦੇ ਪੁੱਤ ਖੁਸਰੋ ਨੇ। ਉਸ ਜੰਗ ਦੇ ਵਿੱਚ ਖੁਸਰੋ ਹਾਰ ਗਿਆ ਤੇ ਜੰਗ ਚੋਂ ਹਾਰ ਕੇ ਤੇ ਦਿੱਲੀ ਤੋਂ ਪੰਜਾਬ ਵੱਲ ਨੂੰ ਦੌੜ ਪਿਆ ਸੀ। ਤੋਂ ਅੱਗੇ ਪ੍ਰਸੰਗ ਆ ਹੀ ਜਾਣਾ। ਤੋਂ ਜਿਹੜਾ ਜਹਾਂਗੀਰ ਬਾਦਸ਼ਾਹ ਹੈ, ਇਹਦੀ ਕਿਸੇ ਕਾਰਨ ਤਖਤ ਦੇ ਕਾਰਨ ਖੁਸਰੋ ਪੁੱਤਰ ਇਹਦੇ ਦੇ ਬਗਾਵਤ ਕਰਨ ਕਰਕੇ ਆਪਦੇ ਪੁੱਤਰ ਨਾਲ ਵਿਗੜ ਗਈ ਤੇ ਉਹਨੂੰ ਕੈਦ ਕੀਤਾ ਹੋਇਆ ਸੀ। ਦਿਓ ਨਿਕਾਸ ਕਹਿਓ ਸਭ ਠਾਰ। ਤੇ ਸਾਰੇ ਥਾਵਾਂ ਤੇ ਜਹਾਂਗੀਰ ਬਾਦਸ਼ਾਹ ਨੇ ਕਹਿ ਦਿੱਤਾ ਵੀ ਅਸੀਂ ਆਪਦੇ ਪੁੱਤਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਸਕੇ ਸੰਗ ਨ ਮਿਲ ਹੈ ਔਰ। ਤੇ ਸਾਡਾ ਸ਼ਾਹੀ ਹੁਕਮ ਹੈ
ਬਾਦਸ਼ਾਹ ਜਹਾਂਗੀਰ ਕਹਿੰਦਾ ਮੇਰੇ ਪੁੱਤਰ ਦੇ ਨਾਲ ਕੋਈ ਵੀ ਮੇਲ ਮਿਲਾਪ ਨਾ ਰੱਖੇ, ਇਹ ਹਕੂਮਤ ਦਾ ਬਾਗੀ ਹੈ। ਜੇ ਨੌਕਰ ਮਮ ਲਗ ਕੇ ਮਹਾਨ, ਜੇ ਹਕੂਮਤ ਦਾ ਕੋਈ ਵੀ ਅਹੁਦੇਦਾਰ ਨੌਕਰੀ ਕਰਨ ਵਾਲਾ, ਚਾਹੇ ਵੱਡਾ ਹੈ ਚਾਹੇ ਕੋਈ ਛੋਟਾ ਹੈ, ਕੋ ਨਹਿ ਦੇਹ ਇਸੇ ਸਨਮਾਨ। ਇਹ ਖੁਸਰੋ ਮੇਰੇ ਪੁੱਤਰ ਨੂੰ ਕੋਈ ਵੀ ਸਨਮਾਨ ਸਤਿਕਾਰ ਨਾ ਦੇਵੇ, ਇਸ ਦੀ ਕੋਈ ਵੀ ਹਮਾਇਤ ਨਾ ਕਰੇ, ਇਹਦੀ ਕੋਈ ਵੀ ਮਦਦ ਨਾ ਕਰੇ, ਗ੍ਰਾਮ ਨਗਰ ਪਰਵੇਸ਼ ਨ ਹੋਏ। ਤੇ ਕੋਈ ਵੀ ਆਪਦੇ ਘਰ ਵਿੱਚ ਆਪਦੇ ਪਿੰਡ ਵਿੱਚ ਮਹਿਲ ਵਿੱਚ ਇਹ ਖੁਸਰੋ ਨੂੰ ਵੜਨ ਨਾ ਦੇਵੇ। ਜਿਹੜਾ ਮੇਰੇ ਹੁਕਮ ਦੀ ਅਦੂਲੀ ਕਰੇਗਾ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਹ ਫਰਮਾਨ ਜਾਰੀ ਕਰ ਦਿੱਤਾ ਹੈ। ਦੇਸ ਤਿਆਗ ਕਰ ਗਮਨੈ ਸੋਏ। ਤੇ ਉਹ ਜਿਹੜਾ ਖੁਸਰੋ ਸੀ ਸਾਧ ਸੰਗਤ ਜੀ ਹੁਣ ਹਿੰਦੁਸਤਾਨ ਛੱਡ ਕੇ ਤੇ ਪੱਛਮ ਵਾਲੇ ਪਾਸੇ ਨੂੰ ਭੱਜ ਤੁਰਿਆ, ਜੰਗ ਵਿੱਚੋਂ ਹਾਰ ਕੇ ਤੇ ਪੰਜਾਬ ਵਿੱਚ ਆਣ ਵੜਿਆ, ਕਿਉਂਕਿ ਇੱਧਰੋਂ ਹੀ ਪੱਛਮ ਨੂੰ ਜਾਣਾ ਸੀ ਉਹਨੇ। ਇਸ ਤਰ੍ਹਾਂ ਦੌੜਿਆ ਹੈ। ਇਮ ਸਭ ਕੋ ਲਿਖ ਦਿਓ ਨਿਕਾਸ। ਤੇ ਇਹ ਲਿਖ ਕੇ ਨਾ ਚਿੱਠੀ ਸਾਰੇ ਪਾਸੇ ਢੋਂਡੀ ਪਟਵਾ ਦਿੱਤੀ ਬਾਦਸ਼ਾਹ ਨੇ ਵੀ ਸਾਡੇ ਪੁੱਤਰ ਖੁਸਰੋ ਦੇ ਨਾਲ ਕੋਈ ਵੀ ਮਿਲ ਵਰਤਣ ਨਾ ਰੱਖੇ, ਇਹ ਹਕੂਮਤ ਦਾ ਬਾਗੀ ਹੈ, ਤੇ ਜਿਹੜਾ ਵੀ ਇਹਦੀ ਮਦਦ ਕਰੇਗਾ ਉਹਨੂੰ ਹਕੂਮਤ ਵੱਲੋਂ ਸਖਤ ਸਜ਼ਾ ਦਿੱਤੀ ਜਾਵੇਗੀ। ਸੋ ਤਜ ਦਿੱਲੀ ਪੁਰੀ ਆਵਾਸ। ਤੋ ਸਾਧ ਸੰਗਤ ਜੀ ਜਿਹੜਾ ਖੁਸਰੋ ਸੀ ਨਾ ਜਹਾਂਗੀਰ ਦਾ ਪੁੱਤ, ਉਹ ਝਗੜੇ ਵਿੱਚ ਜੰਗ ਹਾਰ ਗਿਆ ਤੇ ਦਿੱਲੀ ਛੱਡ ਕੇ ਤੇ ਬਾਗੀ ਹੋ ਗਿਆ, ਦੌੜ ਗਿਆ ਹੈ। ਕੁਛ ਨਰ ਸੰਗ ਨਿਕਸ ਕਰ ਆਇਓ। ਤੇ ਉਹਦੀ ਹਮਾਇਤ ਕਰਨ ਵਾਲੇ ਕੁਝ ਅਮੀਰ ਕੁਝ ਵਜ਼ੀਰ ਜਿਹੜੇ ਸੀ ਨਾ, ਉਹ ਵੀ ਇਹਦੇ ਨਾਲ ਕੋ 10 20 25 ਬੰਦੇ ਜਾਂ 100 ਕੁ ਬੰਦਾ ਹੋਵੇਗਾ। ਸਨੇ ਸਨੇ ਬਹ ਮਗ ਉਲੰਘਾਇਓ। ਦਿੱਲੀ ਤੋਂ ਭੱਜੇ ਹੋਏ ਤੇ ਪੰਜਾਬ ਵਾਲੇ ਪਾਸੇ ਨੂੰ ਦੌੜਦੇ ਹੋਏ ਮਾਝੇ ਦੇਸ ਪ੍ਰਵੇਸ਼ਿਓ ਆਏ। ਮਾਝੇ ਵਿੱਚ ਆਣ ਵੜਿਆ ਖੁਸਰੋ ਆਪਦੀ ਥੋੜੀ ਜੀ ਫੌਜ ਦੇ ਨਾਲ। ਜਿਸ ਪਸਚਮ ਚਿਤ ਬਾਛਤ ਜਾਏ। ਤੇ ਇਹਦੀ ਇੱਛਾ ਸੀ ਵੀ ਮੈਂ ਪੱਛਮ ਦੇਸ਼ਾਂ ਜਿਵੇਂ ਅਫਗਾਨਿਸਤਾਨ ਦੇ ਦੇਸ਼ ਆ, ਉਦੋਂ ਵੈਸੇ ਹੈ ਨਹੀਂ ਸੀ, ਖੁਰਾਸਾਨ ਸੀ ਅਫਗਾਨਿਸਤਾਨ ਦਾ ਨਾਮ, ਵੀ ਆ ਕਾਬਲ ਕੰਧਾਰ ਇਹਨਾਂ ਦੇਸ਼ਾਂ ਵਾਲੇ ਪਾਸੇ ਜਿੱਥੇ ਮੁਸਲਮਾਨਾਂ ਦੀ ਬਹੁ ਗਿਣਤੀ ਹੈ, ਉਧਰਲੇ ਪਾਸੇ ਮੈਂ ਚਲਾ ਜਾਵਾਂਗਾ। ਵੀ ਦੇਸ਼ ਨਿਕਾਲਾ ਮੈਨੂੰ ਦੇ ਦਿੱਤਾ, ਹਿੰਦੁਸਤਾਨ ਵਿੱਚ ਮੇਰਾ ਬਾਪ ਮੈਨੂੰ ਮਰਵਾ ਦੇਵੇਗਾ। ਤੇ ਇਹ ਖੁਸਰੋ ਦੌੜਦਾ ਤੇ ਪੰਜਾਬ ਵਿੱਚ ਆਣ ਵੜਿਆ। ਇੱਛਾ ਇਹਦੀ ਇਹ ਹੈ ਵੀ ਮੈਂ ਇੱਧਰ ਚਲਾ ਜਾਵਾਂਗਾ ਪੱਛਮ ਦੇ ਕਿਸੇ ਦੇਸ਼ ਨੂੰ। ਗੁਰੂ ਤਰਨ ਤਾਰਨਪੁਰ ਡੇਰਾ। ਤੇ ਸਾਧ ਸੰਗਤ ਜੀ ਇੱਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਸਨ। ਕੇਤਕ ਦਿਨ ਤੇ ਕੀਨ ਬਸੇਰਾ। ਕੁਝ ਕੁ ਦਿਨਾਂ ਤੋਂ ਸੱਚੇ ਪਾਤਸ਼ਾਹ ਜੀ ਸੰਗਤਾਂ ਸਮੇਤ ਤਰਨ ਤਾਰਨ ਸਾਹਿਬ ਉਤਰੇ ਹੋਏ ਐ। ਜਬ ਸਹਿਜਾਦਾ ਤਹ ਚੱਲ ਆਇਓ। ਇੱਧਰ ਖੁਸਰੋ ਭੱਜਦਾ ਹੋਇਆ ਜਾਨ ਬਚਾਉਂਦਾ ਆਪਦੇ ਬਾਪ ਜਹਾਂਗੀਰ ਤੋਂ ਤਰਨ ਤਾਰਨ ਸਾਹਿਬ ਆਣ ਪਹੁੰਚਿਆ ਹੈ। ਇਹਾਂ ਗੁਰੂ ਤਿਹ ਕਿਸਹਿ ਸੁਨਾਇਓ। ਤੇ ਇਹ ਲੱਭਣ ਲੁਕਣ ਵਾਸਤੇ ਥਾਂ ਲੱਭਦਾ ਹੈ। ਕਿਸੇ ਨੇ ਦੱਸ ਦਿੱਤਾ ਵੀ ਜੇ ਤੈਨੂੰ ਸ਼ਰਨ ਮਿਲ ਸਕਦੀ ਤੇ ਦਿਆਲੂ ਕਿਰਪਾਲੂ ਨਿਰਾਸਰਿਆਂ ਦੇ ਆਸਰੇ, ਨਿਉਟਿਆਂ ਦੀ ਓਟ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਧਰਿਆਂ ਦੀ ਧਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰੋਂ ਮਿਲ ਸਕਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਤਰਨ ਤਾਰਨ ਹੀ ਆਏ ਹੋਏ ਹਨ। ਮਿਲਾਓ ਇਨਹਿ ਦਰਸ਼ਨ ਕਰ ਆਛੇ। ਇਹਨੇ ਮਨ ਵਿੱਚ ਸਾਧ ਸੰਗਤ ਜੀ ਵਿਚਾਰ ਕੀਤੀ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਮੇਰੇ ਪੜਦਾਦੇ ਦਾਦਿਆਂ ਨੂੰ ਬਾਬਰਕਿਆਂ ਨੂੰ ਤਖਤ ਮਿਲੇ ਹੈ, ਕਿਉਂਕਿ ਬਾਬਰ ਨੂੰ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਨਾ। ਤੇ ਇਹ ਜਿਹੜਾ ਸੀ ਸਾਧ ਸੰਗਤ ਜੀ ਬਾਬਰ ਦੇ ਪੋਤਰੇ ਦਾ ਪੋਤਰਾ ਸੀ ਖੁਸਰੋ। ਤੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਇਸ ਤਰ੍ਹਾਂ ਕਰਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ 5ਵੇਂ ਤਖਤ ਤੇ ਥਾਵੇਂ ਬੈਠੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਹਨ। ਇੱਕ ਦੋਏ ਦਿਨ ਰਹਿ ਗਮਨਾ ਪਾਛੇ। ਕੋਈ ਨਹੀਂ, ਮੈਂ 1-2 ਦਿਨ ਰਹਿ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਤੇ ਫਿਰ ਪੱਛਮ ਨੂੰ ਚਲਾ ਜਾਵਾਂਗਾ। ਇਮ ਸਹਿਜਾਦੇ ਹਿਰਦੇ ਵਿਚਾਰਾ। ਇਹ ਖੁਸਰੋ ਨੇ ਸਾਧ ਸੰਗਤ ਜੀ ਮਨ ਦੇ ਵਿੱਚ ਇਹ ਵਿਚਾਰ ਕੀਤੀ ਹੈ। ਉੱਤਰ ਪਰਿਓ ਡੇਰੋ ਨਿਰਤਾਰਾ। ਤੇ ਮਨ ਵਿੱਚ ਨਿਰਣਾ ਜਿਹਾ ਧਾਰ ਕੇ ਤਰਨ ਤਾਰਨ ਸਾਹਿਬ ਉਤਰ ਪਿਆ ਆਪਦੀ ਥੋੜੀ ਜੀ ਫੌਜ ਦੇ ਨਾਲ। ਤਿਸ ਨਿਸਮਹਿ ਕਰ ਕੈ ਵਿਸਰਾਮੂ। ਰਾਤ ਇੱਕ ਤਰਨ ਤਾਰਨ ਸਾਹਿਬ ਵਿਸ਼ਰਾਮ ਕੀਤਾ। ਭਈ ਪ੍ਰਾਤ ਸੁਨ ਸਤਿਗੁਰ ਨਾਮੂ। ਤੇ ਜਦੋਂ ਤੜਕਾ ਹੋਇਆ ਤੇ ਧੰਨ ਗੁਰੂ
ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸੁੰਦਰ ਨਾਮ ਸੁਣ ਕਰਕੇ ਮਿਲਿਓ ਆਣ ਕਰ ਬੰਦੇ ਹਾਥਾ। ਸੱਚੇ ਪਾਤਸ਼ਾਹ ਦੀ ਮਹਿਮਾ ਸੁਣ ਕੇ ਨਾ ਇਹ ਖੁਸਰੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ। ਹੱਥ ਜੋੜ ਕੇ ਹਜ਼ੂਰ ਦੇ ਚਰਨਾਂ ਤੇ ਮੱਥਾ ਟੇਕਿਆ ਹੈ ਲੱਖ ਮਹਿਮਾ ਨਮਰੀ ਕਰ ਮਾਥਾ। ਤੇ ਬੜਾ ਨਿਮਰੀ ਭੂਵ ਹੋਇਆ। ਮਹਾਰਾਜ ਦੀ ਮਹਿਮਾ ਜਾਣ ਕੇ ਸਤਿਗੁਰਾਂ ਦੇ ਚਰਨੀ ਮੱਥਾ ਟੇਕਿਆ। ਬੜੀ ਨਿਮਰਤਾ ਧਾਰੀ ਹੈ। ਬੂਝਿਓ ਸਗਰੋ ਤਾਹੇ ਬਿਰਤਾਂਤ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਦੀ ਸਰੀਰ ਦੇ ਜਾਮੇ ਨੂੰ ਚੋਲੇ ਨੂੰ ਲਹੂ ਲੱਗਾ ਵੇਖਿਆ ਤੇ ਇਹਦੀ ਸਾਰੀ ਹਾਲਤ ਜੀ ਵੇਖੀ, ਕਿਉਂਕਿ ਫਿਰ ਵੀ ਬਾਦਸ਼ਾਹ ਦਾ ਪੁੱਤਰ ਹੈ ਤੇ ਇਹ ਕਿਵੇਂ ਬਾਗੀ ਹੋਇਆ ਫਿਰਦਾ, ਕੱਪੜੇ ਪਾਟੇ ਹੋਏ ਸਾਰੇ ਇਹਦੇ। ਹਜ਼ੂਰ ਨੇ ਇਹਦੀ ਢੱਠੀ ਜੀ ਗਰੀਬੜਿਆਂ ਵਾਲੀ ਹਾਲਤ ਵੇਖ ਕੇ ਪੁੱਛਿਆ ਹੈ ਭਣਿਓ ਤਾਹੇ ਬੀਤਾ ਜਿਸ ਭਾਂਤ। ਵੀ ਤੈਨੂੰ ਕੀ ਹੋਇਆ, ਹਾਲਤ ਹੋਈ ਹੈ ਤੇਰੀ, ਬਾਦਸ਼ਾਹ ਦਾ ਪੁੱਤਰ ਹੈ ਤੂੰ। ਫਿਰ ਉਹ ਜਿਹੜਾ ਖੁਸਰੋ ਹੈ ਨਾ ਸਾਧ ਸੰਗਤ ਜੀ, ਉਹਨੇ ਸਾਰਾ ਬਿਰਤਾਂਤ ਦੱਸਿਆ ਵੀ ਕਿਵੇਂ ਮੇਰਾ ਪਿਤਾ ਦੇ ਨਾਲ ਝਗੜਾ ਹੋਇਆ ਹੈ। ਸਾਹੋ ਰੋਸ ਬਹਮੋ ਪਰ ਕੀਨੋ। ਵੀ ਤਖਤ ਤੇ ਮੇਰਾ ਹੱਕ ਬਣਦਾ ਸੀ, ਮੇਰਾ ਦਾਦਾ ਅਕਬਰ ਮੈਨੂੰ ਸਿੱਧਾ ਤਖਤ ਦੇਣਾ ਚਾਹੁੰਦਾ ਸੀ, ਪਰ ਮੇਰੇ ਪਿਤਾ ਜਹਾਂਗੀਰ ਨੇ ਤਖਤ ਮੱਲ ਕੇ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਕਿਲੇ ਵਿੱਚ ਨਜ਼ਰਬੰਦ ਕੀਤਾ ਤੇ ਮੈਂ ਕਿਸੇ ਤਰ੍ਹਾਂ ਉੱਥੋਂ ਨਿਕਲਣ ਵਿੱਚ ਸਫਲ ਹੋਇਆ। ਫੌਜ ਇਕੱਠੀ ਕਰਕੇ ਮੈਂ ਯੁੱਧ ਵੀ ਕੀਤਾ ਆਪਦੇ ਪਿਤਾ ਜਹਾਂਗੀਰ ਬਾਦਸ਼ਾਹ ਦੇ ਨਾਲ ਤਖਤ ਲੈਣ ਵਾਸਤੇ, ਪਰ ਅਫਸੋਸ ਦੀ ਗੱਲ ਹੈ ਮਹਾਰਾਜ ਮੈਂ ਉਸ ਯੁੱਧ ਵਿੱਚ ਹਾਰ ਗਿਆ। ਇਹੋ ਜੀ ਮੇਰੀ ਹਾਲਤ ਹੋਈ ਹੈ। ਦੇਸ ਨਿਕਾਰਾ ਕਹਿ ਕਰ ਦੀਨੋ। ਤੇ ਮੇਰੇ ਬਾਪ ਨੇ ਸਾਰੇ ਪਾਸੇ ਹੁਕਮ ਕਰ ਦਿੱਤਾ ਹੈ ਵੀ ਇਹਨੂੰ ਦੇਸ਼ ਨਿਕਾਲਾ ਦਿੱਤਾ ਹੈ। ਹਿੰਦੁਸਤਾਨ ਵਿੱਚ ਜਿੱਥੇ ਦਿਸੇਗਾ ਸਿਰ ਵੱਢ ਦਿੱਤਾ ਜਾਵੇ। ਪਛਮ ਦਿਸ ਕੋ ਮੈਂ ਚੱਲ ਜਾਵਾਂ। ਤੇ ਮਹਾਰਾਜ ਮੈਂ ਦਿੱਲੀੋਂ ਭੱਜਾ ਹੋਇਆ ਹੁਣ ਪੱਛਮ ਦੇ ਕਿਸੇ ਦੇਸ਼ ਨੂੰ ਜਾ ਰਿਹਾ ਹਾਂ। ਸ੍ਰੀ ਗੁਰੂ ਜੀ ਤਿਤ ਬੈਸ ਬਿਤਾਵਾਂ। ਤੇ ਮੈਂ ਮਹਾਰਾਜ ਫਿਰ ਹੁਣ ਮਜਬੂਰੀ ਤਖਤ ਮੇਥੋਂ ਖੁੱਸ ਗਿਆ ਹੈ। ਉੱਥੇ ਪੱਛਮ ਦੇ ਕਿਸੇ ਦੇਸ਼ ਵਿੱਚ ਲੁਕ ਕੇ ਨਾ ਔਖਾ ਸੌਖਾ ਆਪਦੀ ਜ਼ਿੰਦਗੀ ਕੱਟ ਲਵਾਂਗਾ। ਭਨਤ ਬਿਨੈ ਅਧਿਕਾਏ ਅਧੀਨ। ਉੱਥੇ ਸਾਡਾ ਕੁਝ ਜਾਣ ਪਛਾਣ ਵਾਲੇ ਰਹਿੰਦੇ, ਉਹਨਾਂ ਦੇ ਘਰ ਵਿੱਚ ਰਹਿ ਕੇ ਚਲੋ ਮੈਂ ਆਪਦਾ ਜ਼ਿੰਦਗੀ ਉਮਰ ਬਤੀਤ ਕਰ ਲਵਾਂਗਾ। ਹਿੰਦੁਸਤਾਨ ਦੇ ਵਿੱਚ ਤਾਂ ਮੇਰੇ ਪਿਤਾ ਨੇ ਮੈਨੂੰ ਜਿਉਂਦਾ ਨਹੀਂ ਰਹਿਣ ਦੇਣਾ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਹੋਰ ਬੜੇ ਤਰ੍ਹਾਂ ਦੀਆਂ ਨੇ ਨਿਮਾਣਾ ਜਿਹਾ ਬਣ ਕੇ ਬੇਨਤੀਆਂ ਕੀਤੀਆਂ ਹਨ। ਆਪਣੋ ਕਸ਼ਟ ਨਿਵੇਦਨ ਕੀਨ। ਜਿਹੜਾ ਦੁੱਖ ਇਹਦਾ ਹੈ ਜਾਂ ਇਹਦਾ ਖੁਸਰੋ ਦਾ ਉਹ ਸਾਰੀ ਗੱਲਬਾਤ ਹਜ਼ੂਰ ਨੂੰ ਬੇਨਤੀ ਰੂਪ ਦੱਸੀ ਹੈ। ਖਰਚ ਗਇਓ ਥੁਰ ਪਾਸ ਨ ਪੈਸਾ। ਕਹਿੰਦਾ ਮਹਾਰਾਜ ਹੁਣ ਸਾਰਾ ਕੁਝ ਖੋਲਿਆ ਮੇਥੋਂ, ਰਾਜ ਭਾਗ ਨਹੀਂ ਕੋਲ ਤੇ ਪੈਸਾ ਮੇਰੇ ਕੋਲ ਕੋਈ ਨਹੀਂ ਹੈ, ਖਰਚ ਵੀ ਮੇਰੇ ਕੋਲ ਹੈ ਨਹੀਂ। ਦਿਨ ਪ੍ਰਤ ਸ਼ੁਧਿਤ ਰੰਕ ਹਵੈ ਜੈਸਾ। ਤੇ ਮਹਾਰਾਜ ਮੈਂ ਦਿਨ ਰਾਤ ਭੁੱਖਿਆਂ ਕੱਟਦਾ, ਕਿਤੋਂ ਰੋਟੀ ਦਾ ਟੁੱਕ ਵੀ ਨਹੀਂ ਜੁੜਦਾ। ਵੇਖੋ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਨਾ, ਗਰੀਬ ਨਵਾਜ ਮਹਾਰਾਜ ਆਸਾ ਦੀ ਵਾਰ ਵਿੱਚ ਫਰਮਾਉਂਦੇ ਹੈ ਕਿ ਨਦਰ ਉਪੱਠੀ ਜੇ ਕਰੇ ਸੁਲਤਾਨੋ ਘਾ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਪਰਮੇਸ਼ਰ ਸਾਧ ਸੰਗਤ ਦੀ ਬੜਾ ਬੇਅੰਤ ਹੈ। ਜਿਹੜੇ ਅੱਜ ਤਖਤ ਤੇ ਬੈਠੇ ਆ ਨਾ, ਕੱਲ ਕੋਈ ਪਤਾ ਨਹੀਂ ਉਹਦੀ ਨੇਤ ਦਾ, ਜਦੋਂ ਕਰਮ ਕੋਈ ਖੋਟਾ ਉਗੜ ਕੇ ਅੱਗੇ ਆਉਂਦਾ ਤੇ ਤਖਤਾਂ ਦੇ ਮਾਲਕ ਮੰਗਦੇ ਵੀ ਹੈ ਤੇ ਮੰਗਿਆ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਭੀਖ ਵੀ ਨਹੀਂ ਪਾਉਂਦਾ ਹੈ। ਇਹ ਅੱਗੇ ਇਤਿਹਾਸ ਆਵੇਗਾ। ਇਸ ਮਹਾਰਾਜ ਦੇ ਨਾਲ ਬਚਨ ਸੁਣ ਕੇ ਖਾਲਸਾ ਜੀ ਆਸਾ ਦੀ ਵਾਰ ਦੇ ਤੇ ਸ਼ਾਹਜਹਾਨ ਜਿਹੜਾ ਇਹ ਅੱਗੇ ਜਹਾਂਗੀਰ ਦਾ ਪੁੱਤਰ ਸੀ, ਇਹਨੇ ਮਨ ਵਿੱਚ ਸ਼ੰਕਾ ਕੀਤਾ ਸੀ ਵੀ ਕਦੀ ਐਂ ਵੀ ਹੋ ਸਕਦਾ ਵੀ ਰਾਜੇ ਨੂੰ ਮੰਗਣਾ ਪਵੇ ਤੇ ਭੀਖ ਨਾ ਮਿਲੇ। ਤੋ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਇਹ ਪੰਕਤੀ ਜਾਂ ਗੁਰਬਾਣੀ ਆਸਾ ਦੀ ਵਾਰ ਦੀ ਸੁਣ ਕੇ ਇਹਨਾਂ ਨੇ ਸ਼ੰਕਾ ਮਨ 'ਚ ਹੀ ਕੀਤਾ ਸੀ। ਤੇ ਫਿਰ ਉਦੋਂ ਬਚਨ ਸੱਤ ਹੋਏ ਸੀ ਗੁਰੂ ਨਾਨਕ ਸਾਹਿਬ ਦੇ, ਜਦੋਂ ਇਹਦੇ ਪੁੱਤ ਔਰੰਗਜ਼ੇਬ ਨੇ ਨਾ ਇਹ ਸ਼ਾਹਜਹਾਨ ਨੂੰ ਖਾਲਸਾ ਜੀ ਕੈਦ ਕੀਤਾ, ਕਈ ਮਹੀਨੇ ਭੁੱਖਾ ਰੱਖਿਆ। ਚਿੱਠੀ ਲਿਖੀ, ਇਹਨੇ ਆਖਿਆ ਪੁੱਤਰ ਔਰੰਗਜ਼ੇਬ, ਹਿੰਦੂ ਕਿੱਡੇ ਚੰਗੇ ਆ, ਮਰੇ ਹੋਏ ਮਾਂ ਬਾਪ ਦਾ ਵੀ ਸ਼ਰਾਧ ਕਰਦੇ ਆ, ਮਗਰੋਂ ਪਿੱਤਰਾਂ ਨੂੰ ਪਾਣੀ ਦਿੰਦੇ, ਤੂੰ ਆਪਦੇ ਜਿਉਂਦੇ ਬਾਪ ਨੂੰ ਰੋਟੀ ਨਹੀਂ ਦੇ ਰਿਹਾ ਬਾਦਸ਼ਾਹ ਹੁੰਦਿਆਂ ਹੋਇਆਂ। ਤੇ ਔਰੰਗਜ਼ੇਬ ਨੇ ਚਿੱਠੀ ਦਾ ਜਵਾਬ ਦਿੱਤਾ ਸੀ ਪੁੱਤਰ ਆਪਦੇ ਬਾਪ ਨੂੰ, ਪਿਤਾ ਜੀ ਅੱਬਾ ਜਾਨ, ਜਿਹੜੀ ਸ਼ਾਹੀ ਦੇ ਨਾਲ ਤੁਸਾਂ ਮੈਨੂੰ ਖੱਤ ਲਿਖਿਆ ਹੈ ਇਹਦੀ ਘੁੱਟ ਭਰ ਲਓ ਤੇ ਜਿਹੜੇ ਕਾਗਜ਼ ਤੇ ਲਿਖਿਆ ਉਹ ਖਾ ਕੇ ਗੁਜ਼ਾਰਾ ਕਰ ਲਓ ਤੇ ਕਰ ਲਓ। ਮੇਰੇ ਵਾਸਤੇ
ਤੁਹਾਡੇ ਵਾਸਤੇ ਮੇਰੇ ਪਾਸ ਕੁਛ ਨਹੀਂ ਹੈ, ਕਿਉਂਕਿ ਆਪਦੇ ਭਰਾਵਾਂ ਨੂੰ ਕਤਲ ਕਰਕੇ ਔਰੰਗਾ ਸਾਧ ਸੰਗ ਜੀ ਤਖਤ ਤੇ ਬੈਠਾ ਸੀ। ਤੋ ਇਸ ਤਰ੍ਹਾਂ ਫਿਰ ਜਦੋਂ ਇਹ ਕਈ ਮਹੀਨੇ ਕੈਦ ਰਿਹਾ ਨੂੰ ਦਿੱਲੀ ਲਿਜਾਣ ਲੱਗੇ ਤੇ ਮਨ ਭੁੱਖ ਬਹੁਤ ਲੱਗੀ, ਕਈ ਮਹੀਨਿਆਂ ਦਾ ਭੁੱਖਾ ਹੈ। ਪਿਸ਼ਾਬ ਦਾ ਬਹਾਨਾ ਲਾਇਆ ਫੌਜਦਾਰਾਂ ਨੂੰ। ਜਦੋਂ ਕਾਰਗਰ ਪਿੰਜਰੇ ਵਿੱਚੋਂ ਕੱਢਿਆ ਨਾ ਸਾਧ ਸੰਗਤ ਜੀ, ਇਹ ਬਾਦਸ਼ਾਹ ਸ਼ਾਹ ਜਹਾਨ ਨੂੰ ਕੈਦ ਵਿੱਚੋਂ ਕੱਢਿਆ, ਹੱਥ ਤਾਂ ਬੰਨੇ ਹੋਏ ਸੀ ਇਹਦੇ, ਤੇ ਪਿਸ਼ਾਬ ਦਾ ਬਹਾਨਾ ਲਾ ਕੇ ਜਦੋਂ ਥੱਲੇ ਤਾਰਿਆ, ਕਹਿੰਦੇ ਛੋਲਿਆਂ ਦਾ ਖੇਤ ਸੀ ਉੱਥੇ, ਜਿਵੇਂ ਹਰੇ ਛੋਲੇ ਅਜੇ ਫਲ ਨਾ ਪਿਆ ਹੋਵੇ, ਤੇ ਹੱਥ ਪਿੱਛੇ ਬੱਝੇ ਸੀ, ਤੇ ਜਿਵੇਂ ਪਸ਼ੂ ਚਰਦੇ ਆ ਨਾ ਸਾਧ ਸੰਗਤ ਜੀ, ਤੇ ਛੋਲਿਆਂ ਦੀ ਲੁੰਗ ਪਿਆ ਖਾਵੇ ਉਤੋਂ। ਤੇ ਨਾਲ ਹੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਉਹ ਪੰਕਤੀ ਯਾਦ ਆ ਗਈ ਵੀ ਨਦਰੋ ਪੱਠੀ ਜੇ ਕਰੇ ਸੁਲਤਾਨ ਘਾਹ ਕਰਾਏਂਦਾ, ਦਰ ਮੰਗਨ ਭੇਖ ਨਾ ਪਾਏਂਦਾ। ਜਦੋਂ ਪਰਮੇਸ਼ਰ ਨਦਰ ਪੁੱਠੀ ਕਰਦਾ ਹੈ ਨਾ, ਤੇ ਇਹੋ ਜਿਹੇ ਪਲਟੇ ਮਾਰਦਾ, ਫਿਰ ਸੁਲਤਾਨ ਜਿਹੜੇ ਹੁੰਦੇ ਆ ਕਈ ਦੇਸ਼ਾਂ ਦੇ ਮਾਲਕ, ਉਹ ਮੰਗਦੇ ਆ ਤੇ ਭੀਖ ਵੀ ਕੋਈ ਨਹੀਂ ਪਾਉਂਦਾ। ਇਹ ਛੋਲਿਆਂ ਦੀ ਲੁੰਗ ਖਾਂਦਾ, ਨਾਲੇ ਨੇਤਰਾਂ 'ਚੋਂ ਅਥਰੂ ਕੇਰਦਾ, ਤੇ ਕਹਿੰਦਾ ਵਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਐਸੇ ਬਚਨ ਸਮਝ ਉਦੋਂ ਪੈਂਦੀ ਆ ਜਦੋਂ ਆਪਦੇ ਨਾਲ ਵਰਤਦੀ ਹੈ। ਤੋ ਸਾਧ ਸੰਗਤ ਜੀ, ਇੱਥੇ ਵੇਖੋ ਹੁਣ ਇਹ ਖੁਸਰੋ ਪੋਤਰਾ ਹੈ ਅਕਬਰ ਦਾ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਕਈ ਦਿਨਾਂ ਦਾ ਭੁੱਖਾ ਮਹਾਰਾਜ ਦੌੜਿਆ ਆਉਂਦਾ, ਪੈਰਾਂ ਵਿੱਚ ਜੋੜੇ ਵੀ ਟੁੱਟ ਗਏ ਹੈ, ਗਰੀਬ ਨਵਾਜ ਖਾਣ ਨੂੰ ਮੇਰੇ ਪਾਸ ਕੁਛ ਨਹੀਂ ਹੈ, ਭੁੱਖ ਦਾ ਮਾਰਿਆ ਦਿਨੋਂ ਦਿਨ ਜਾਨ ਬਚਾ ਕੇ ਮੈਂ ਦੌੜਿਆ ਫਿਰਦਾ ਹਾਂ। ਖਰਚ ਗਇਓ ਥੁਰ ਪਾਸ ਨ ਪੈਸਾ, ਕੋਈ ਪੈਸਾ ਮੇਰੇ ਪਾਸ ਨਹੀਂ ਹੈ, ਖਰਚ ਵੀ ਥੁੜ ਗਿਆ ਹੈ। ਦਿਨ ਪ੍ਰਤ ਸ਼ੁੱਧਤ ਰੰਕ ਹੋਵੇ ਜੈਸਾ, ਜਿਵੇਂ ਬੜੇ ਗਰੀਬ ਘਰਾਂ ਦਾ ਹਾਲ ਹੁੰਦਾ, ਮੈਂ ਗਰੀਬਾਂ ਤੋਂ ਵੀ ਗੁਜ਼ਰਿਆ ਹੋਇਆ, ਉਹਨਾਂ ਦੇ ਘਰ ਵਿੱਚ ਰੋਟੀ ਤਾਂ ਪੱਕਦੀ ਹੈ ਨਾ ਪਾਤਸ਼ਾਹ, ਮੇਰੇ ਵਾਸਤੇ ਰੋਟੀ ਵੀ ਇਸ ਦੇਸ਼ ਵਿੱਚ ਨਹੀਂ ਬਚੀ ਹੈ। ਨੀਠ ਨੀਠ ਤੇ ਖਰਚ ਚਲਾਵਾਂ, ਪਤਾ ਨਹੀਂ ਮਹਾਰਾਜ ਮੈਂ ਕਿਵੇਂ ਆਪਦਾ ਖਰਚਾ ਚਲਾ ਰਿਹਾ, ਜਿਹੜੀ 500-700 ਫੌਜ ਮੇਰੇ ਨਾਲ ਹੈ। ਵੇਚ ਵਿਭੂਖਣ ਨਰਨ ਖੁਲਾਵਾਂ, ਮੇਰੇ ਨਾਲ ਦੇ ਵੀ ਭੁੱਖੇ ਮਰਦੇ ਆ, ਮੈਂ ਆਪਦੇ ਗਹਿਣੇ ਤੇ ਕੱਪੜੇ ਵੇਚ ਵੇਚ ਕੇ ਇਹਨਾਂ ਦਾ ਢਿੱਡ ਭਰ ਰਿਹਾ ਹਾਂ। ਅਪਰ ਪਾਤਸ਼ਾਹਿਤ ਮੈਂ ਜਾਵਾਂ, ਤੇ ਮੈਂ ਹੋਰ ਕਿਸੇ ਪਾਤਸ਼ਾਹ ਬਾਦਸ਼ਾਹ ਦੇ ਕਿਸੇ ਦੇਸ਼ ਵਿੱਚ ਜਾ ਕਰਕੇ ਮਾਫਕ ਗੁਜਰ ਤਹਾਂ ਧਨ ਪਾਵਾਂ, ਵੀ ਪੱਛਮ ਦੇ ਕਿਸੇ ਦੇਸ਼ ਵਿੱਚ ਜਾ ਕੇ ਕਿਸੇ ਰਾਜੇ ਦੇ ਪੈਰ ਫੜਾਂਗਾ, ਉੱਥੇ ਜਾ ਕੇ ਥੋੜ੍ਹਾ ਬਹੁਤਾ ਧਨ ਲੈ ਕੇ ਤੇ ਗੁਜ਼ਾਰਾ ਕਰ ਲਵਾਂਗਾ, ਉਮਰ ਬਾਕੀ ਰਹਿੰਦੀ ਕੱਟ ਲਵਾਂਗਾ। ਇੱਥੇ ਮੈਨੂੰ ਮੇਰੇ ਬਾਪ ਨੇ ਛੱਡਣਾ ਨਹੀਂ, ਮਰਵਾ ਦੇਣਾ ਹੈ। ਇਤਿਆਦਿਕ ਜਬ ਬਿਨੈ ਬਖਾਨੀ, ਇਸ ਤਰ੍ਹਾਂ ਦੇ ਤਰਲੇ ਖਾਲਸਾ ਜੀ ਜਦੋਂ ਇਸ ਖੁਸਰੋ ਨੇ ਕੀਤੇ ਹਨ। ਸੁਣ ਸ਼੍ਰੀ ਅਰਜਨ ਕਰਨਾ ਠਾਨੀ, ਤੇ ਗਰੀਬ ਨਵਾਜ ਦਾ ਸੁਭਾਅ ਆ, ਜੋ ਸਰਣ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਹਜ਼ੂਰ ਨੇ ਹਕੂਮਤ ਦੀ ਪ੍ਰਵਾਹ ਕੀਤੇ ਬਿਨਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਇਹਦੇ ਤੇ ਬੜੀ ਕਿਰਪਾ ਕੀਤੀ ਹੈ। ਨਿਜ ਢਿਗ ਦਿਨ ਕੇਤਕ ਸੋ ਰਾਖਿਓ, ਕਿੰਨੇ ਕੁ ਦਿਨ ਮਹਾਰਾਜ ਨੇ ਇਹਨੂੰ ਆਪਣੇ ਘਰ ਵਿੱਚ ਰੱਖ ਕੇ ਤਰਨ ਤਾਰਨ ਤੇ ਇਹਦੇ ਸਾਰੇ ਨਾਲ ਦੇ ਬੰਦਿਆਂ ਨੂੰ ਪ੍ਰਸ਼ਾਦਾ ਪਾਣੀ ਦਿੱਤਾ, ਕੋਈ ਲੀੜਾ ਕੱਪੜਾ ਦਿੱਤਾ ਹੈ। ਦੇਤ ਅਸਨਹਿਤ ਧਨ ਜੋ ਕਾਂਖਿਓ, ਵੀ ਚਲੋ ਲੀੜਾ ਕੱਪੜਾ ਚੰਗਾ ਪਾ ਲੈਣਗੇ, ਪਾਟੇ ਪੈ ਕੋਈ ਜੋੜੇ ਲੈ ਲੈਣਗੇ। ਹਜ਼ੂਰ ਨੇ ਕੁਝ ਧਨ ਵੀ ਦੇ ਦਿੱਤਾ ਹੈ। ਜਬ ਹੈ ਚੱਲਣ ਕਹੋ ਤਿਨ ਮਨ ਕੀਨਾ, ਕੁਝ ਕੁ ਦਿਨ ਰਹਿ ਕੇ ਖਾਲਸਾ ਜੀ ਜਦੋਂ ਇਹ ਖੁਸਰੋ ਨੇ ਚੱਲਣ ਦਾ ਇਰਾਦਾ ਬਣਾਇਆ, ਇਹਦਾ ਮਨ ਕੀਤਾ ਹੁਣ ਇੱਥੋਂ ਚਲੇ ਜਾਈਏ, ਕਿਤੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਮੈਨੂੰ ਮਰਵਾ ਦੇਵੇਗਾ। ਪੰਚ ਸਹੰਸਰ ਗੁਰੂ ਧਨ ਦੀਨਾ, ਤੇ ਇਹਨੇ ਸਾਧ ਸੰਗਤ ਜੀ ਕੁਝ ਗ੍ਰੰਥਾਂ ਦੇ ਹਵਾਲੇ ਵੀ ਲੱਖ ਰੁਪਈਆ ਗੁਰੂ ਅਰਜਨ ਦੇਵ ਸਾਹਿਬ ਤੋਂ ਮੰਗ ਕੀਤੀ, ਮਹਾਰਾਜ ਮੇਰੀ ਮਦਦ ਕਰੋ। ਸਤਿਗੁਰੂ ਕਹਿੰਦੇ ਭਾਈ ਜਿੰਨੀ ਆਮਦਨ ਓਨਾ ਹੀ ਖਰਚਾ ਇੱਥੇ, ਤੇ 5,000 ਰੁਪਈਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਵੀ ਇਹਨੂੰ ਦੇ ਦਿੱਤਾ ਹੈ। ਲੈ ਕਰ ਨਮੋ ਠਾਨ ਸਹਜਾਦਾ, 5,000 ਰੁਪਈਆ ਲੈ ਕੇ ਸ਼ਹਿਜ਼ਾਦਾ ਖੁਸਰੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੱਥਾ ਟੇਕ ਗਮਨਿਓ ਪਸਚਮ ਦਿਸ ਅਹਲਾਦਾ, ਬੜਾ ਖੁਸ਼ ਹੁੰਦਾ ਹੋਇਆ, ਜਿੱਥੇ ਸਾਰੇ ਹਿੰਦੁਸਤਾਨ ਵਿੱਚ ਕਿਸੇ ਦੀ ਬਾਂਹ ਨਹੀਂ ਫੜੀ। ਹਜ਼ੂਰ ਦੇ ਘਰੋਂ 5,000 ਰੁਪਈਆ ਕੁਝ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਤੇ ਪੱਛਮ ਦੇ ਕਿਸੇ ਦੇਸ਼ ਨੂੰ ਦੌੜ ਗਿਆ ਹੈ। ਜਿਸ ਦਿਨ ਲੈ ਤਿਨ ਕੀਨ ਪਿਆਨ, ਜੋ ਜਿਸ ਦਿਨ ਮਹਾਰਾਜ ਤੋਂ ਇਹਨੇ ਮਾਇਆ 5,000 ਲੈ ਕੇ ਚਾਲਾ ਪਾ ਦਿੱਤਾ ਸੀ। ਨਰ ਚੰਦੂ ਕੋ ਇਕ ਤਿਸ ਥਾਨ, ਤੇ ਕਿਸੇ ਸੂਈਏ ਨੇ ਖਾਲਸਾ ਜੀ ਜਾ ਕੇ ਚੰਦੂ ਦੇ ਕੰਨ ਗੱਲ ਦੱਸ ਦਿੱਤੀ ਵੀ ਜਿਹੜਾ ਖੁਸਰੋ ਬਗਾਵਤ ਕਰਕੇ ਭੱਜਿਆ ਨਾ ਇੱਥੋਂ, ਜਹਾਂਗੀਰ ਦਾ ਪੁੱਤਰ,
ਉਹ ਤੁਹਾਡੇ ਦੁਸ਼ਮਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਤਰਨ ਤਾਰਨ ਅਸੀਂ ਆਪ ਵੇਖਿਆ, ਤੇ 5000 ਰੁਪਇਆ ਗੁਰੂ ਅਰਜਨ ਦੇਵ ਸਾਹਿਬ ਨੇ ਉਹਦੀ ਮਦਦ ਕੀਤੀ ਹੈ। ਉਹ ਇਹਨਾਂ ਨੇ ਸਾਧ ਸੰਗਤ ਜੀ ਲੱਖ ਰੁਪਈਆ 2 ਲੱਖ ਰੁਪਈਆ ਦੱਸਿਆ ਸੀ ਚੁਗਲਾਂ ਨੇ ਉੱਥੇ ਜਾ ਕੇ ਬਾਦਸ਼ਾਹ ਨੂੰ ਵਧਾ ਕੇ। ਤੋ ਇਸ ਤਰ੍ਹਾਂ ਉਹ ਚੰਦੂ ਨੂੰ ਸਾਰੀ ਖਬਰ ਦੱਸ ਦਿੱਤੀ ਹੈ। ਸਕਲ ਬਾਰਤਾ ਸੁਨ ਕਰ ਗਇਓ। ਚੰਦੂ ਹੁਣ ਮੌਕਾ ਭਾਲਦਾ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਤੋਂ ਬਦਲਾ ਲਵਾਂ, ਵੈਰ ਪੂਰਾ ਕਰਾਂ। ਇਹ ਚੰਦੂ ਨੇ ਸਾਰੀ ਗੱਲ ਚੁਗਲ ਤੋਂ ਸੂਈਏ ਤੋਂ ਜਦੋਂ ਸੁਣ ਲਈ ਹੈ, ਚੰਦੂ ਨਿਕਟ ਸੁਨਾਵਤ ਭਇਓ। ਉਹ ਸਾਰੀ ਗੱਲ ਚੰਦੂ ਦੇ ਪਾਸ ਜਦੋਂ ਇਹ ਚੁਗਲ ਨੇ ਸੁਣਾ ਦਿੱਤੀ ਵੈ। ਕਰਹਿ ਸ਼ਤਰਤਾ ਗੁਰ ਕੇ ਸਾਥ। ਤੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਜਿਹੜਾ ਇਹ ਵੈਰ ਕਰਦਾ ਪਾਪੀ ਚੰਦੂ ਜੋ, ਜਰ ਬਰ ਭਇਓ ਮਲਤ ਜੁਗ ਹਾਥ। ਦੋਵੇਂ ਹੱਥ ਮਲਦਾ ਤੇ ਸੜ ਬਲ ਕੇ ਸੁਆਹ ਹੋ ਗਿਆ। ਇਹ ਗੱਲ ਸੁਣ ਕਰਕੇ ਕਹਾਂ ਸ਼ਾਹੋ ਟਿਗ ਛਿੱਦਰ ਸੋ ਪਾਇਓ। ਤੇ ਖੁਸ਼ ਵੀ ਹੁੰਦਾ, ਕਹਿੰਦਾ ਲਓ ਭਾਈ ਮੌਕਾ ਮਿਲ ਗਿਆ ਮੈਨੂੰ, ਹੁਣ ਮੈਂ ਬਾਦਸ਼ਾਹ ਜਹਾਂਗੀਰ ਦੇ ਪਾਸ ਗੁਰੂ ਅਰਜਨ ਦੇਵ ਜੀ ਦੀ ਚੁਗਲੀ ਜ਼ਰੂਰ ਕਰਾਂਗਾ। ਮੇਰੇ ਸ਼ਹਿਰ ਦੇ ਹੋਏ ਮੁਰ ਮਨ ਪਾਇਓ। ਤੇ ਮੇਰੇ ਮਨ ਦੀ ਭੌਂਦੀ ਅੱਜ ਹੋ ਜਾਵੇਗੀ। ਬਗਾਵਤੀ ਹਕੂਮਤ ਦੇ ਖੁਸਰੋ, ਉਹਨੂੰ ਪਨਾਹ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਨੇ, ਨਾਲੇ ਮਾਇਆ ਦਿੱਤੀ, ਮਦਦ ਕੀਤੀ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਤੇ ਬੜਾ ਕ੍ਰੋਧਿਤ ਹੋਵੇਗਾ, ਬੜਾ ਗੁੱਸੇ ਹੋਵੇਗਾ। ਹੁਣ ਮੇਰੇ ਮਨ ਭੌਂਦੀ ਹੋ ਜਾਵੇਗੀ। ਮੈਂ ਕਰ ਰਹਿਓ ਉਪਾਓ ਕਨੇਰਾ। ਕਿਉਂਕਿ ਅੱਜ ਤੋਂ ਪਹਿਲਾਂ ਮੈਂ ਬੜੇ ਉਪਾਅ ਹੀਲੇ ਕਰ ਕਰਕੇ ਥੱਕ ਗਿਆ ਸੀ। ਨਹੀਂ ਵਿਗਾੜ ਸਕਿਓ ਗੁਰ ਕੇਰਾ। ਮੈਂ ਬੜੇ ਆਪਦੇ ਵੱਲੋਂ ਸੁਲਹੀ ਸੁਲੱਭੀ ਵਰਗੇ ਭੇਜੇ, ਪ੍ਰਿਥੀ ਚੰਦ ਦੇ ਨਾਲ ਰਲ ਰਲ ਕੇ ਬੜੀਆਂ ਮੈਂ ਸਾਜ਼ਿਸ਼ਾਂ ਕੀਤੀਆਂ, ਪਰ ਅੱਜ ਤੀਕਰ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਕੁਝ ਨਹੀਂ ਵਿਗਾੜ ਸਕਿਆ ਸੀ। ਸੋ ਫਕੀਰ ਮੈਂ ਸਾਹੋ ਦੀਵਾਨਾ। ਮੈਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਤੇ ਉਹ ਗੁਰੂ ਅਰਜਨ ਦੇਵ ਸਾਧੂ ਫਕੀਰ ਲੋਕ ਹਨ। ਮੇਰੇ ਅੱਗੇ ਉਹਨਾਂ ਦੀ ਕੀ ਹੈਸੀਅਤ ਹੈ। ਅਬ ਲਗ ਸਮ ਕਹਿ ਰਹਿਓ ਮਹਾਨ। ਤੇ ਹੁਣ ਤੱਕ ਤਾਂ ਮੇਥੋਂ ਬੜੇ ਮਹਾਨ ਬਣ ਕੇ ਗੁਰੂ ਅਰਜਨ ਦੇਵ ਜੀ ਰਹੇ ਹਨ। ਸਤਰ ਸਮ ਸਹਿਜਾਦਾ ਸੋਏ। ਜਿਹੜਾ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਹੈ, ਜਿਹੜਾ ਬਾਦਸ਼ਾਹ ਜਹਾਂਗੀਰ ਦੇ ਦੁਸ਼ਮਣ ਤੋਂ ਵੀ ਵੱਧ ਬਣਿਆ ਹੋਇਆ ਹੈ। ਤਿਹ ਤਨ ਦੀਨ ਸਖਾ ਜਿਮ ਹੋਏ। ਤੇ ਵੇਖ ਲੋ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਧਨ ਦਿੱਤਾ ਹੈ। ਡਰ ਹੀ ਨਹੀਂ ਕਿਸੇ ਦਾ ਗੁਰੂ ਅਰਜਨ ਦੇਵ ਸਾਹਿਬ ਨੂੰ, ਬਾਦਸ਼ਾਹ ਦੇ ਨਾਲ ਵਿਗਾੜ ਰਹੇ ਹੈ। ਤੇ ਬਾਦਸ਼ਾਹ ਦੇ ਦੁਸ਼ਮਣ ਖੁਸਰੋ ਸਾਹਿਬਜ਼ਾਦੇ ਸ਼ਹਿਜ਼ਾਦੇ ਨੂੰ ਧਨ ਦਿੱਤਾ ਹੈ, ਜਿਵੇਂ ਕੋਈ ਬੜਾ ਮਿੱਤਰ ਹੁੰਦਾ ਹੈ। ਨਿਜ ਢਿਗ ਰਾਖਿਓ ਤਰਾਸ ਨ ਮਾਨਾ। ਤੇ ਆਪਦੇ ਕੋਲ ਰੱਖਿਆ ਹੈ। ਬਾਦਸ਼ਾਹ ਜਹਾਂਗੀਰ ਦਾ ਥੋੜਾ ਵੀ ਡਰ ਨਹੀਂ ਮੰਨਿਆ ਵੀ ਹਕੂਮਤ ਦਾ ਫਰਮਾਨ ਹੋਇਆ ਹੈ ਵੀ ਜਿਹੜਾ ਖੁਸਰੋ ਨੂੰ ਪਨਾਹ ਦੇਵੇਗਾ ਉਹਦਾ ਸਿਰ ਵੱਢ ਦਿੱਤਾ ਜਾਵੇਗਾ। ਰਿਸਹਿ ਸ਼ਾਹ ਜਬ ਸੁਨ ਹੈ ਕਾਨਾ। ਤੇ ਚੰਦੂ ਖੁਸ਼ ਹੁੰਦਾ ਜਦੋਂ ਇਹੋ ਜੀ ਗੱਲ ਬਾਦਸ਼ਾਹ ਜਹਾਂਗੀਰ ਸੁਣੇਗਾ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਵੈਰੀ ਬਣ ਜਾਵੇਗਾ। ਪ੍ਰਾਤ ਹੋਤ ਗਰ ਜਾਮਾ ਪਾਏ। ਜਦੋਂ ਦਿਨ ਚੜਿਆ ਖਾਲਸਾ ਜੀ, ਇਹ ਪਾਪੀ ਚੰਦੂ ਨੇ ਸੋਹਣੀ ਪੱਗ ਬੰਨੀ ਤੇ ਚੰਗਾ ਚੋਲਾ ਜਿਹੜਾ ਜਾਮਾ ਆ ਪੁਸ਼ਾਕਾ ਪਹਿਨ ਕਰਕੇ ਗਲ ਵਿੱਚ ਗਇਓ ਮੂੜ ਔਰ ਹਰਖੋ ਪਾਏ। ਹਿਰਦੇ ਵਿੱਚ ਖੁਸ਼ ਹੁੰਦਾ ਹੋਇਆ, ਹੱਸਦਾ ਹੋਇਆ ਢਿੱਡੋਂ ਚੰਦੂ ਮੂਰਖ ਜਿਹੜਾ ਹੈ ਬਾਦਸ਼ਾਹ ਜਹਾਂਗੀਰ ਪਾਸ ਪਹੁੰਚਿਆ ਵੈ। ਤਸਲੀਮਾਤ ਸਾਹਸੋਂ ਕੀਨ। ਬਾਦਸ਼ਾਹ ਜਹਾਂਗੀਰ ਨੂੰ ਸਲਾਮ ਕੀਤੀ ਹੈ, ਝੁਕ ਕੇ ਮੱਥਾ ਟੇਕਿਆ ਹੈ। ਚੁਗਲੀ ਉਗਲਨ ਕੋ ਮਤਹੀਨ। ਇਹ ਖੋਟੀ ਮੱਤ ਜੀ ਦੀ ਮਾਰੀ ਹੋਈ ਹੈ ਚੰਦੂ ਦੀ। ਕਹਿੰਦੇ ਉਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚੁਗਲੀ ਕਰਨ ਲੱਗਿਆ ਹੈ ਬਾਦਸ਼ਾਹ ਦੇ ਪਾਸ। ਹਾਥ ਜੋੜ ਕਰ ਬਹੁਰ ਸੁਨਾਵੈ। ਹੱਥ ਜੋੜੇ ਐ ਜਹਾਂਗੀਰ ਦੇ ਅੱਗੇ ਚੰਦੂ ਪਾਪੀ ਫਿਰ ਕਹਿਣ ਲੱਗਿਆ ਵੈ, ਸੋ ਅਰਜਨ ਜਗ ਗੁਰੂ ਕਹਾਵੈ। ਹੇ ਬਾਦਸ਼ਾਹ ਸਲਾਮਤ, ਜਿਹੜੇ ਗੁਰੂ ਅਰਜਨ ਦੇਵ ਆਪਦੇ ਆਪ ਨੂੰ ਸਾਰੇ ਸੰਸਾਰ ਦਾ ਗੁਰੂ ਕਹਾਉਂਦੇ ਹਨ, ਚਾਹੁੰਦੇ ਛਤੇ ਧਨ ਜਿਸ ਢਿਗ ਆਵੈ। ਜਿਨ੍ਹਾਂ ਦੇ ਘਰ ਵਿੱਚ ਸੰਗਤਾਂ ਵੱਲੋਂ ਚਾਰ ਚਫੇਰਿਓਂ ਮਾਇਆ ਦੇ ਖੁੱਲੇ ਗੱਫੇ ਆਉਂਦੇ ਵੈ, ਤੁਮ ਤੇ ਤਰਾਸ ਨ ਕੈਸੇ ਪਾਵੈ। ਉਹ ਗੁਰੂ ਅਰਜਨ ਦੇਵ ਕਿੱਡੇ ਹੰਕਾਰੇ ਐ, ਤੁਹਾਡਾ ਥੋੜਾ ਵੀ ਡਰ ਨਹੀਂ ਮਨ ਵਿੱਚ ਰੱਖਦੇ ਹਨ। ਨਿਜ ਪੂਜਾ ਅਰ ਧਨ ਕੋ ਦੇਖ। ਕਿਉਂਕਿ ਆਪਦੀ ਪੂਜਾ ਹੁੰਦੀ
ਸੰਸਾਰ ਵਿੱਚ ਤੇ ਖੁੱਲੀ ਮਾਇਆ ਆਉਂਦੀ ਵੇਖ ਕੇ। ਜਿਸ ਕੇ ਔਰ ਹੰਕਾਰ ਵਿਸੇਖ, ਜਿਸ ਗੁਰੂ ਅਰਜਨ ਦੇਵ ਸਾਹਿਬ ਦੇ ਮਨ ਵਿੱਚ ਬਹੁਤ ਹੰਕਾਰ ਵੱਧ ਚੁੱਕਾ ਹੈ। ਸਹਿਜਾਦਾ ਜੋ ਤੁਮਹਿ ਨਿਕਾਰਿਓ, ਵੇਖੋ ਬਾਦਸ਼ਾਹ ਸਲਾਮਤ, ਤੁਹਾਡੇ ਘਰ ਦਾ ਬਾਗੀ, ਤੁਹਾਡਾ ਦੁਸ਼ਮਣ, ਤੁਹਾਡਾ ਪੁੱਤਰ ਜਿਹੜਾ ਤੁਹਾਡੇ ਤਖਤ ਨੂੰ ਹੱਥ ਪਾਉਂਦਾ ਸੀ, ਜਿਹਨੂੰ ਮਾਰਨ ਦਾ ਤੁਸੀਂ ਹੁਕਮ ਜਾਰੀ ਕੀਤਾ ਹੈ, ਉਹ ਤੁਹਾਡਾ ਸ਼ਹਿਜ਼ਾਦਾ ਜਿਹੜਾ ਖੁਸਰੋ ਨਾਮ ਦਾ। ਨਹਿ ਕਿਸ ਤਿਸ ਕੋ ਆਦਰ ਧਾਰਿਓ, ਕਿਸੇ ਨੇ ਵੀ ਉਹਦਾ ਸਤਿਕਾਰ ਨਹੀਂ ਕੀਤਾ। ਸਾਰੇ ਭਾਰਤ ਵਰਸ਼ ਅੰਦਰ ਕਿਸੇ ਰਜਵਾੜੇ ਨੇ, ਕਿਸੇ ਚੌਧਰੀ ਨੇ, ਕਿਸੇ ਰਿਆਸਤ ਦੇ ਮਾਲਕ ਨੇ, ਕਿਲੇਦਾਰ ਨੇ ਜਿਸ ਖੁਸਰੋ ਨੂੰ ਪਨਾਹ ਨਹੀਂ ਦਿੱਤੀ ਤੁਹਾਡੇ ਤੋਂ ਬਾਗੀ ਹੋਏ ਨੂੰ। ਤੁਮ ਤੇ ਵੱਡਾ ਕਿ ਤੁਮ ਸਮਝਾਨ, ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਗੁਰੂ ਅਰਜਨ ਦੇਵ ਤੁਹਾਡੇ ਤੋਂ ਵੱਡੇ ਹੈ ਕਿ ਤੁਹਾਡੇ ਬਰਾਬਰ ਜਾਣ ਲਈਏ ਜੀ। ਪਹੁੰਚਿਓ ਗੁਰ ਅਰਜਨ ਕੇ ਥਾਨ, ਜਹਾਂਗੀਰ ਪੁੱਛਦਾ ਕੀ ਹੋਇਆ ਚੰਦੂ? ਕਹਿੰਦਾ ਮਹਾਰਾਜ ਕੀ ਦਸੀਏ ਬਾਦਸ਼ਾਹ, ਹੁਣ ਸਮਝ ਨਹੀਂ ਪੈਂਦੀ ਵੀ ਗੁਰੂ ਅਰਜਨ ਦੇਵ ਸਾਹਿਬ ਇਸ ਦੇਸ਼ ਦੇ ਬਾਦਸ਼ਾਹ ਕਿ ਤੁਹਾਡੇ ਤੋਂ ਵੀ ਵੱਡੇ ਹਨ। ਜਿਹਨੂੰ ਕਿਸੇ ਨੇ ਪਨਾਹ ਨਹੀਂ ਦਿੱਤੀ, ਖੁਸਰੋ ਤੁਹਾਡੇ ਬਾਗੀ ਪੁੱਤਰ ਨੂੰ। ਵੇਖ ਲੋ ਤਰਨਤਾਰਨ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਜਾ ਘਰ ਲੁਕਿਆ ਹੈ। ਸਾਦਰ ਤਿਸ ਕੋ ਪਾਸ ਉਤਾਰਾ, ਤੇ ਗੁਰੂ ਅਰਜਨ ਦੇਵ ਨੇ ਆਪਦੇ ਘਰ ਵਿੱਚ ਉਹਦਾ ਉਤਾਰਾ ਕਰਾਇਆ ਤਰਨਤਾਰਨ, ਜਿੱਥੇ ਉਹਦਾ ਬੜਾ ਆਦਰ ਮਾਣ ਸਤਿਕਾਰ ਵੀ ਕੀਤਾ ਹੈ। ਹਮ ਰਾਖਹਿ ਤੁਜ ਧੀਰ ਉਚਾਰਾ, ਕਿਹਾ ਹੈ ਖੁਸਰੋ ਨੂੰ ਵੀ ਜੇ ਤੈਨੂੰ ਨਹੀਂ ਕੋਈ ਪਨਾਹ ਦਿੰਦਾ ਨਾ, ਬਾਦਸ਼ਾਹ ਤੋਂ ਡਰਦਾ, ਲੈ ਸਾਡੇ ਇੱਥੇ ਤੂੰ ਰਹਿ ਲੈ, ਅਸੀਂ ਤੈਨੂੰ ਰੱਖਾਂਗੇ। ਇਸ ਤਰ੍ਹਾਂ ਨੂੰ ਬੜਾ ਧੀਰਜ ਹੌਸਲਾ ਦਿੱਤਾ, ਅਸੀਂ ਤੇਰੀ ਮਦਦ ਕਰਾਂਗੇ। ਹਮਰੋ ਕਹਾ ਕਰੈ ਪਤਸਾਹ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਸਾਧ ਸੰਗਤ ਜੀ, ਹੁਣ ਮਹਾਰਾਜ ਵਾਸਤੇ ਰਾਜਾ ਵੀ ਉਹ ਹੈ ਤੇ ਕੰਗਾਲ ਵੀ ਉਹ ਹੈ। ਤੇ ਬਾਦਸ਼ਾਹ ਦਾ ਪੁੱਤਰ ਜਿਹੜਾ ਖੁਸਰੋ ਹੈ, ਜੇ ਆਇਆ ਤੇ ਮਹਾਰਾਜ ਨੇ ਉਹਨੂੰ ਤਰਨਤਾਰਨ ਸਾਹਿਬ ਵਿੱਚ ਪ੍ਰਸ਼ਾਦਾ ਪਾਣੀ ਬਾਦਸ਼ਾਹ ਦਾ ਪੁੱਤਰ ਜਾਣ ਕੇ ਨਹੀਂ ਦਿੱਤਾ। ਗਰੀਬ ਨਵਾਜ ਨੇ ਤਾਂ ਉਹਨੂੰ ਇੱਕ ਗਰੀਬੜਾ ਤੇ ਲੋੜਵੰਦ ਜਾਣ ਕਰਕੇ, ਕਿਉਂਕਿ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਰਵਾਇਤ ਹੈ, ਸਾਧ ਸੰਗੀ ਚੋਰ ਪਾਪੀ ਠੱਗ ਜੋ ਵੀ ਆਵੇ ਸਤਿਗੁਰਾਂ ਦਾ ਘਰ ਕਿਸੇ ਨੂੰ ਪ੍ਰਸ਼ਾਦੇ ਤੋਂ ਨਾ ਨਹੀਂ ਕਰਦਾ। ਕੋਈ ਵੀ ਆਵੇ, ਇਹ ਹੁਕਮ ਹੈ ਗਰੀਬ ਨਵਾਜ ਦਾ ਵੀ ਉਹਦਾ ਔਗਣ ਨਹੀਂ ਵੇਖਣਾ, ਕੇਵਲ ਉਹਦੀ ਭੁੱਖ ਵੇਖਣੀ ਹੈ, ਉਹਦੀ ਲੋੜ ਵੇਖਣੀ ਹੈ। ਤੋ ਉਹਦੇ ਔਗਣ ਵੇਖੇ ਤੋਂ ਬਿਨਾਂ ਉਹਨੂੰ ਪ੍ਰਸ਼ਾਦਾ ਪਾਣੀ ਤੋਂ ਲੋੜ ਦੀ ਹਰੇਕ ਵਸਤੂ ਹਾਜ਼ਰ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਸੂਲ ਤੇ ਪਹਿਰਾ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਸਤ ਸੰਗ ਜੀ ਖੁਸਰੋ ਦਾ ਆਏ ਨੂੰ ਪ੍ਰਸ਼ਾਦਾ ਪਾਣੀ ਉਹਨੇ ਹੱਥ ਜੋੜੇ, ਮਹਾਰਾਜ ਮੇਰੀ ਸਹਾਇਤਾ ਕਰੋ। ਪਾਤਸ਼ਾਹ ਕਹਿੰਦੇ ਬਈ ਜਿਹੋ ਜਿਹਾ ਸਾਰੇ ਸਿੱਖ ਹੋ ਜਾ ਸਾਡੇ ਵਾਸਤੇ ਤੂੰ ਹੈ ਭਾਈ ਖੁਸਰੋ। ਆ ਲੰਗਰ ਚੱਲਦਾ, ਇਹਦੇ ਚੋਂ ਪ੍ਰਸ਼ਾਦਾ ਪਾਣੀ ਛਕ ਜਿੰਨਾ ਚਿਰ ਮਰਜ਼ੀ ਰਹੀ ਜਾਓ। ਤੇ ਗਰੀਬ ਨਵਾਜ ਆਪਦੇ ਅਸੂਲਾਂ ਨੂੰ ਤੋੜਦੇ ਨਹੀਂ। ਬਾਦਸ਼ਾਹ ਦਾ ਮਹਾਰਾਜ ਨੂੰ ਕੀ ਡਰ ਪ੍ਰਵਾਹ ਨਾਹੀਂ, ਕਿਸੈ ਕੇਰੀ ਬਾਝ ਸੱਚੇ ਨਾਹ। ਜਿਹੜਾ ਆਪ ਪਰਮੇਸ਼ਰ ਹੈ, ਲੱਖਾਂ ਹਜ਼ਾਰਾਂ ਅਰਬਾਂ ਤਖਤ ਸਾਧ ਸੰਗ ਜੀ ਜਿਸ ਦੇ ਨਹੁੰ ਦੀ ਮੈਲ ਹੋਣ, ਉਹ ਗਰੀਬ ਨਵਾਜ ਪਾਤਸ਼ਾਹ ਨੂੰ ਜਹਾਂਗੀਰ ਦਾ ਕੀ ਡਰ ਹੈ। ਸਤਿਗੁਰਾਂ ਨੇ ਕੋਈ ਭੈ ਨਹੀਂ ਮੰਨਿਆ ਤੇ ਕੋਈ ਵਿਸ਼ੇਸ਼ ਨੀਤੀ ਦੇ ਤਹਿਤ ਵੀ ਖੁਸਰੋ ਦੀ ਮਦਦ ਨਹੀਂ ਕੀਤੀ। ਪਰ ਚੰਦੂ ਜਿਹੜਾ ਸਾਧ ਸੰਗ ਜੀ ਮੂੰਹੋਂ ਜ਼ਹਿਰ ਉਗਲਦਾ ਗੁਰੂ ਅਰਜਨ ਦੇ ਮਹਾਰਾਜ ਦੀ ਬਾਬਤ, ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ ਜਾ ਪਨਾਹ, ਗੁਰੂ ਅਰਜਨ ਦੇਵ ਨੇ ਆਖਿਆ ਹੈ ਖੁਸਰੋ ਨੂੰ ਵੀ ਅਸੀਂ ਤੇਰੀ ਮਦਦ ਕਰਾਂਗੇ, ਕੀ ਸਾਡਾ ਕਰ ਲਵੇਗਾ ਬਾਦਸ਼ਾਹ ਜਹਾਂਗੀਰ। ਨਹਿ ਰਈਅਤ ਜੇ ਹੁਕਮ ਕਰਾਹੇ, ਬਾਦਸ਼ਾਹ ਜਹਾਂਗੀਰ ਦਾ ਹੁਕਮ ਚੱਲਦਾ ਹੋਵੇਗਾ ਪ੍ਰਜਾ ਤੇ, ਅਸੀਂ ਬਾਦਸ਼ਾਹ ਜਹਾਂਗੀਰ ਦੀ ਪ੍ਰਜਾ ਨਹੀਂ, ਅਸੀਂ ਆਪ ਹੁਕਮਰਾਨ ਹਾਂ। ਕੌਣ ਹੁੰਦਾ ਹੈ ਬਾਦਸ਼ਾਹ ਜਹਾਂਗੀਰ ਜੋ ਸਾਡੇ ਤੇ ਹੁਕਮ ਕਰੇਗਾ। ਕੇਤਿਕ ਦਿਵਸ ਨਿਕਟ ਸੋ ਰਾਖਿਓ, ਤੇ ਕਹਿੰਦਾ ਚੰਦੂ ਬਾਦਸ਼ਾਹ ਉਹ ਤੁਹਾਡੇ ਬਾਗੀ ਪੁੱਤਰ ਖੁਸਰੋ ਨੂੰ ਕਈ ਦਿਨ ਹੀ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਪਾਸ ਰੱਖਿਆ ਹੈ। ਸੋ ਨਹਿ ਰਹਿਓ ਚੱਲਣ ਅਭਲਾਖਿਓ, ਤੇ ਉਹ ਨਹੀਂ ਰਹਿੰਦਾ ਸੀ, ਉਹਨੇ ਚੱਲਣ ਦੀ ਇੱਛਾ ਕੀਤੀ ਤੁਹਾਡੇ ਤੋਂ ਡਰਦੇ ਹੋਏ ਨੇ। ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਹੀਂ ਆਖਿਆ ਜਾ, ਉਹ ਤਾਂ ਆਪ ਤੁਹਾਥੋਂ ਡਰਦਾ ਤਰਨ ਤਾਰਨ ਛੱਡ ਕੇ ਗਿਆ ਹੈ। ਗਮਨਤ ਕੋ ਬਹੁ ਧਨ ਤਿਹ ਦੀਨਾ, ਤੇ ਜਦੋਂ ਗਿਆ ਹੈ ਨਾ ਖੁਸਰੋ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਮਨਾ ਮੂੰਹੀ ਧਨ ਉਹਦੀ ਸਹਾਇਤਾ ਵਾਸਤੇ ਦਿੱਤਾ ਹੈ ਵੀ ਲੈ ਮਾਇਆ ਲੈ ਤੇ ਫੌਜ ਇਕੱਠੀ ਕਰਕੇ ਜਹਾਂਗੀਰ ਦੇ ਖਿਲਾਫ ਲੜ।
ਪਰ ਇਹੋ ਜੀ ਗੱਲ ਕੋਈ ਹੈ ਨਹੀਂ ਸੀ। ਸਕਲ ਰੀਤ ਤੇ ਮਦਦ ਕੀਨਾ, ਸਾਰੇ ਤਰ੍ਹਾਂ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਨੇ ਤੁਹਾਡੇ ਦੁਸ਼ਮਣ ਦੀ ਸਹਾਇਤਾ ਕੀਤੀ ਹੈ। ਤੁਮਰੋ ਤਰਾਸ ਪਾਏ ਸੋ ਗਇਓ, ਤੁਹਾਡਾ ਡਰ ਪਾ ਕੇ ਤੇ ਤਰਨ ਤਾਰਨੋਂ ਪੈਸੇ ਮਾਇਆ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੋਂ ਖੁਸਰੋ ਦੌੜ ਗਿਆ ਪੱਛਮ ਵੱਲ ਨੂੰ। ਓ ਗੁਰ ਅਰਜਨ ਔਰ ਡਰ ਨਹਿ ਕੀਓ, ਪਰ ਮੈਂ ਵੇਖ ਕੇ ਹੈਰਾਨ ਹੈ ਬਾਦਸ਼ਾਹ, ਭਾਰਤ ਵਰਸ਼ ਵਿੱਚ ਅੰਦਰ ਸਾਰੇ ਤੁਹਾਥੋਂ ਕੰਬਦੇ ਆ, ਪਰ ਗੁਰੂ ਅਰਜਨ ਦੇਵ ਜੀ ਨੇ ਤੁਹਾਡਾ ਥੋੜਾ ਵੀ ਡਰ ਨਹੀਂ ਮੰਨਿਆ ਹੈ। ਵੱਡ ਹੰਕਾਰ ਜਿਨਹਾ ਕੇ ਮਾਹੀ, ਜਿਸ ਗੁਰੂ ਦੇ ਹਿਰਦੇ ਅੰਦਰ ਬੜਾ ਭਾਰੀ ਹੰਕਾਰ ਹੋ ਰਿਹਾ ਹੈ, ਆਂਖ ਤਰੈ ਕਿਸ ਆਨਤ ਨਾਹੀ। ਤੁਹਾਡੇ ਵਰਗੇ ਵੱਡੇ ਵੱਡੇ ਬਾਦਸ਼ਾਹ ਨੂੰ ਅੱਖ ਥੱਲੇ ਨਹੀਂ ਲਿਆਉਂਦੇ, ਸਾਡੇ ਵਰਗਿਆਂ ਨੂੰ ਕੀ ਸਮਝਦੇ ਹੋਣਗੇ। ਤੁਮ ਢਿਗ ਆਗੇ ਅਰਜ ਉਚਾਰੀ, ਇਸ ਲਈ ਮੈਂ ਤੁਹਾਡੇ ਅੱਗੇ ਇਹ ਬੇਨਤੀ ਕੀਤੀ ਹੈ। ਰਾਖੈ ਤਸ ਕਰ ਸਦਨ ਮਝਾਰੀ, ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਸੀ ਵੀ ਗੁਰੂ ਅਰਜਨ ਦੇਵ ਆਪਣੇ ਘਰ ਵਿੱਚ ਚੋਰਾਂ, ਡਾਕੂਆਂ, ਡਕੈਤਾਂ ਨੂੰ ਪਨਾਹ ਦਿੰਦੇ, ਇਹਨਾਂ ਨੇ ਲਟੇਰੇ ਰੱਖੇ ਹੋਏ ਹਨ। ਆਪ ਕਹਾਵਤ ਹੈ ਸਭ ਮਾਹੂ, ਤੇ ਫਿਰ ਆਪ ਗੁਰੂ ਅਰਜਨ ਦੇਵ ਜੀ ਸਾਰਿਆਂ ਲੋਕਾਂ ਵਿੱਚ ਕਹਾ ਰਹੇ ਹੈ, ਇਸ ਤਰ੍ਹਾਂ ਅਖਵਾ ਰਹੇ ਹਨ ਸਭ ਤੇ ਵੱਡੋ ਸਾਚ ਪਤ ਸਾਹੂ, ਵੀ ਅਸੀਂ ਨਹੀਂ ਜਾਣਦੇ ਬਾਦਸ਼ਾਹ ਨੂੰ, ਅਸੀਂ ਤਾਂ ਆਪ ਸੱਚੇ ਪਾਤਸ਼ਾਹ ਹਾਂ। ਨਿਜ ਖਾਤਰ ਮਹਿ ਕਿਸੂ ਨ ਲਿਆਵੈ, ਤੇ ਆਪ ਦੇ ਬਰਾਬਰ ਕਿਸੇ ਨੂੰ ਨਹੀਂ, ਕਿਸੇ ਦੀ ਪਰਵਾਹ ਨਹੀਂ ਰੱਖਦੇ ਹਨ। ਵਰਤਹਿ ਤਥਾ ਜਥਾ ਮਨ ਪਾਵੈ, ਹਕੂਮਤ ਦਾ ਉਹਨਾਂ ਨੂੰ ਕੋਈ ਡਰ ਨਹੀਂ, ਜਿਵੇਂ ਮਨ ਭਾਉਂਦਾ ਉਸੇ ਤਰ੍ਹਾਂ ਕਰ ਰਹੇ ਐ। ਅਪਰ ਸਜਾਏ ਨਹੀਂ ਜੇ ਦੇਵਾ, ਪਰ ਬਾਦਸ਼ਾਹ ਤੁਸੀਂ ਸਾਡੀ ਗੱਲ ਹੀ ਨਹੀਂ ਸੁਣਦੇ। ਜੇ ਤੁਸੀਂ ਗੁਰੂ ਅਰਜਨ ਦੇਵ ਨੂੰ ਕੋਈ ਹੋਰ ਸਜ਼ਾ ਨਹੀਂ ਦੇਣੀ ਹੈ ਢਿਗ ਬੁਲਾਏ ਅਜਮਤ ਕੋ ਲੇਵਾ, ਤੇ ਉਹਨਾਂ ਨੂੰ ਆਪਦੇ ਕੋਲ ਸੱਦੋ, ਕਿਉਂਕਿ ਬਾਦਸ਼ਾਹ ਜਹਾਂਗੀਰ ਖਾਲਸਾ ਜੀ ਇੰਨੀ ਦਿਨੀ ਲਾਹੌਰ ਠਹਿਰਿਆ ਹੋਇਆ ਜਦੋਂ ਦੀ ਇਹ ਪ੍ਰਸੰਗ ਚੱਲ ਰਹੇ ਆ। ਇਹ ਬਾਦਸ਼ਾਹ ਸਲਾਮ, ਤੁਸੀਂ ਇੱਥੇ ਲਾਹੌਰ ਸੱਦੋ, ਲਾਗੇ ਹੀ ਅੰਮ੍ਰਿਤਸਰ ਸਾਹਿਬ। ਗੁਰੂ ਅਰਜਨ ਦੇਵ ਸਾਹਿਬ ਨੂੰ ਇੱਥੇ ਲਾਹੌਰ ਸੱਦ ਕੇ ਉਹਨਾਂ ਨੂੰ ਆਖੋ ਸਾਨੂੰ ਕਰਾਮਾਤ ਵਿਖਾਉਣ। ਕਰਾਮਾਤ ਜੇ ਦੇਖ ਦਿਖਿਓ ਨ ਚਾਹੋ, ਤੇ ਜੇ ਧੰਨ ਗੁਰੂ ਅਰਜਨ ਦੇਵ ਜੀ ਕਰਾਮਾਤ ਵਿਖਾਈ ਨਾ ਚਾਹਣ, ਜੇ ਉਹ ਤੁਹਾਨੂੰ ਕੋਈ ਸ਼ਕਤੀ ਨਾ ਵਿਖਾਉਣ, ਤਾਂ ਤਉ ਹਕਾਰਹ ਆਪਣੇ ਪਾਹੋ, ਤਾਂ ਵੀ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਦੇ ਪਾਸ ਇੱਕ ਵਾਰੀ ਜ਼ਰੂਰ ਕਚਹਿਰੀ ਵਿੱਚ ਸੱਦਣਾ ਚਾਹੀਦਾ। ਜੇ ਇਸ ਕ੍ਰਿਤ ਕੋ ਤੁਮ ਮਨ ਜਾਨ, ਜੇ ਤੁਸੀਂ ਇਸ ਕਾਰਜ ਨੂੰ ਆਪਦੇ ਮਨ ਵਿੱਚ ਜਾਣਦੇ ਹੋ, ਨਹੀਂ ਤੇ ਦਾਰਕ ਦੇਹੋ ਮਹਾਨ, ਤੇ ਤੁਸੀਂ ਜੇ ਜਾਣਦੇ ਹੋ ਤੇ ਕਰੜੀ ਰੋਕ ਨਹੀਂ ਪਾਓਗੇ, ਭਾਵ ਬਹੁਤੀ ਸਜ਼ਾ ਜੇ ਤੁਸੀਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਦਿਓਗੇ ਤਾਂ ਨਿਰਭੈ ਹੋਏ ਬਹੁ ਕਰਹਿ ਕੁ ਕਾਜ, ਤੇ ਇਹ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸਿੱਖ ਹੈ ਨਾ, ਉਹ ਸਾਰੇ ਹਿੰਦੁਸਤਾਨ ਵਿੱਚ ਮਨ ਮਰਜ਼ੀਆਂ ਕਰਨਗੇ, ਬਗਾਵਤ ਉੱਠ ਖਲੀ ਹੋਵੇਗੀ। ਤਸ ਕਰ ਆਦ ਲਗਾਏ ਸੁਰਾਜ, ਸਭ ਪਾਸੇ ਰਾਜ ਵਿੱਚ ਚੋਰ, ਚੋਰੀਆਂ, ਡਕੈਤੀਆਂ, ਕਤਲੋ ਗਾਰਤ ਵੱਧ ਜਾਏਗੀ, ਕਿਉਂਕਿ ਚੰਦੂ ਕਹਿੰਦਾ ਹੈ ਨਾ ਵੀ ਗੁਰੂ ਅਰਜਨ ਦੇਵ ਸਾਹਿਬ ਆਪਦੇ ਘਰ ਵਿੱਚ ਡਾਕੂ ਲੁਟੇਰਿਆਂ ਨੂੰ ਰੱਖਦੇ ਹਨ, ਤੇ ਇਸ ਤਰ੍ਹਾਂ ਕਹਿੰਦਾ ਜੇ ਤੁਸੀਂ ਨਾ ਸਜ਼ਾ ਦਿੱਤੀ ਤੇ ਸਭ ਪਾਸੇ ਚੋਰੀ, ਡਕੈਤੀ, ਇਹ ਮਾਰ ਧਾੜ ਵੱਧ ਜਾਵੇਗੀ। ਗੁਰੂ ਅਰਜਨ ਦੇਵ ਸਾਹਿਬ ਜੀ ਹੋਰ ਖੁੱਲ ਜਾਣਗੇ, ਬੇਪਰਵਾਹ ਹੋ ਜਾਣਗੇ। ਜਿਉ ਤੁਮ ਛਿਮਾ ਕਰਹੁ ਲਖ ਪੀਰ, ਜਿਵੇਂ ਬਾਦਸ਼ਾਹ ਜੀ ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਘਰ ਜਾਣ ਕੇ, ਇਹਨਾਂ ਨੂੰ ਪੀਰ ਜਾਣ ਕੇ, ਸਾਧੂ ਜਾਣ ਕੇ, ਫਕੀਰ ਜਾਣ ਕੇ ਮਾਫ ਕਰੀ ਜਾਂਦੇ ਹੋ, ਤਿਉ ਉਰ ਗਰਬਤ ਹੈ ਤਰ ਧੀਰ, ਪਰ ਗੁਰੂ ਅਰਜਨ ਦੇਵ ਜੀ ਉਵੇਂ ਉਵੇਂ ਮਨ ਵਿੱਚ ਹੰਕਾਰੀ ਹੋਈ ਜਾਂਦੇ ਹਨ। ਸ਼੍ਰੀ ਨਾਨਕ ਸਮਕ੍ਰਿਤ ਨ ਤਿਨ ਕੋ, ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਵਲੀ ਪੈਗੰਬਰ ਸਨ, ਪਰ ਇਹ ਜਿਹੜੇ ਆ ਨਾ ਗੁਰੂ ਅਰਜਨ ਦੇਵ, ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਵਰਗੇ ਨਹੀਂ ਕਾਰਜ ਕਰਦੇ, ਉਹਨਾਂ ਵਰਗੇ ਨਹੀਂ ਹਨ। ਧਰਹਿ ਈਰਖਾ ਕਪਟੀ ਮਨ ਕੋ, ਮਨ ਦੇ ਕਪਟੀ ਹੋਣ ਕਰਕੇ ਰਾਜ ਭਾਗ ਰਜਵਾੜਿਆਂ ਨਾਲ ਵੀ ਬੜੀ ਈਰਖਾ ਕਰਦੇ ਐ, ਹੰਕਾਰੀ ਐ ਤੇ ਆਪਦੇ ਆਪ ਨੂੰ ਵੱਡਾ ਕਹਾਉਂਦੇ ਹਨ। ਸੁਲਭੀ ਪਠਿਓ ਨ ਪਹੁੰਚਿਓ ਤਹਾਂ, ਤੁਸੀਂ ਜਾਣਦੇ ਹੋ ਆਪਾਂ ਫੌਜਦਾਰ ਭੇਜਿਆ ਸੀ, ਫੌਜ 500 ਦੇ ਕੇ ਸੁਲਭੀ ਉਹ ਵੀ ਨਹੀਂ ਪਹੁੰਚਿਆ, ਸੁਲਹੀ ਵੀ ਸਾੜ ਕੇ ਇਹਨਾਂ ਨੇ ਮਾਰ ਦਿੱਤਾ ਹੈ। ਤਿਸ ਪੀਛੈ ਉਰ ਗਰਬਿਓ ਮਹਾ, ਇਸ ਵਾਕਿਆ ਤੋਂ ਪਿੱਛੋਂ ਤਾਂ ਹੋਰ ਉਹਨਾਂ ਦਾ ਹੰਕਾਰ ਵੱਧ ਗਿਆ। ਹਜਰਤ ਜੇ ਡਰ ਹਵੈ ਨਾ ਤੁਮਾਰਾ, ਇਹ ਬਾਦਸ਼ਾਹ ਸਲਾਮਤ,
ਜੇਕਰ ਗੁਰੂ ਅਰਜਨ ਦੇਵ ਤੇ ਉਹਨਾਂ ਦੇ ਸਿੱਖਾਂ ਨੂੰ ਤੁਹਾਡਾ ਡਰ ਨਾ ਰਹਿਆ ਹੋਏ ਰਾਜ ਮਹਿ ਬਹੁਤ ਬਿਗਾਰਾ। ਤੇ ਰਾਜ ਭਾਗ ਵਿੱਚ ਬੜਾ ਵਿਗਾੜ ਪੈ ਜਾਣਾ ਹੈ। ਤੁਹਾਡਾ ਪੁੱਤਰ ਵੀ ਬਾਗੀ ਆ ਖੁਸਰੋ, ਇਹ ਨਾ ਹੋਵੇ ਰਲ ਕੇ ਸਾਰੇ ਸਿੱਖ ਤੇ ਬਗਾਵਤ ਕਰ ਦੇਵਣ। ਇਤਿਆਦਿਕ ਪਾਪੀ ਬਹੁ ਕਹਿਓ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤੋਂ ਆਦਿਕ ਹੋਰ ਬੜੀਆਂ ਮਨਘੜਤ ਘੜੌਤਾਂ ਘੜ ਘੜ ਕੇ ਚੰਦੂ ਪਾਪੀ ਨੇ ਜਹਾਂਗੀਰ ਬਾਦਸ਼ਾਹ ਦੇ ਕੰਨੀ ਪਾਈਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਬਤ। ਸਾਚ ਤੁਰਕ ਪਤ ਨੇ ਚਿਤ ਲਹਿਓ। ਤੇ ਬਾਦਸ਼ਾਹ ਸਾਧ ਸੰਗਤ ਜੀ ਕੰਨਾਂ ਦੇ ਕੱਚੇ ਹੁੰਦੇ ਐ। ਜਹਾਂਗੀਰ ਬਾਦਸ਼ਾਹ ਨੇ ਸਾਰਾ ਕੁਝ ਸੱਚ ਜਾਣ ਲਿਆ ਹੈ। ਨਿਤ ਪ੍ਰਤ ਤਿਨ ਕੀ ਆਏ ਖੁਟਾਈ। ਤੇ ਸੋਚਦਾ ਮਨ ਵਿੱਚ ਵੀ ਰੋਜ਼ ਹੀ ਗੁਰੂ ਅਰਜਨ ਦੇਵ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਮੈਂ ਅਬਲਾ ਨਹਿ ਕਛੂ ਜਨਾਈ। ਤੇ ਮੈਂ ਅੱਜ ਤੀਕਰ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਸਖਤੀ ਨਹੀਂ ਜਣਾਈ ਹੈ, ਸਖਤੀ ਨਹੀਂ ਕੀਤੀ ਹੈ। ਨਿਜ ਦੀਵਾਨ ਪਾਪੀ ਸੰਗ ਕਹਿਓ। ਤੇ ਇਹ ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਨੇ ਨਾ ਆਪਣੇ ਪਾਪੀ ਦੀਵਾਨ ਚੰਦੂ ਨੂੰ ਇਉਂ ਆਖਿਆ ਹੈ ਕੇ ਤਿਕ ਡੰਡ ਉਚਿਤ ਤੈ ਲਹਿਓ। ਕਿ ਚੰਦੂ ਦੀਵਾਨ ਤੂੰ ਜਿਵੇਂ ਦਾ ਵੀ ਸਜ਼ਾ ਗੁਰੂ ਅਰਜਨ ਦੇਵ ਸਾਹਿਬ ਨੂੰ ਚੰਗੀ ਸਮਝਦਾ ਹੈ। ਜੇ ਤਿਕ ਦੇਹ ਲਿਖਾ ਪਰਵਾਨਾ। ਜਿੰਨੀ ਤੂੰ ਸਜ਼ਾ ਦੇਣੀ ਚਾਹਣਾ ਨਾ ਦੇ ਲੈ ਤੇ ਸ਼ਾਹੀ ਹੁਕਮ ਪਰਵਾਨਾ ਜਾਰੀ ਕਰ ਦੇ। ਆਵੈ ਅਬ ਚਲ ਕੈ ਇਸ ਥਾਨਾ। ਪਰਵਾਨੇ ਵਿੱਚ ਇਹ ਲਿਖ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੀ ਛੇਤੀ ਤੋਂ ਛੇਤੀ ਲਾਹੌਰ ਸਾਡੇ ਪਾਸ ਪੇਸ਼ ਹੋਣ। ਦੁਸ਼ਟ ਸਚਵ ਨੇ ਮਤ ਵਿਚਲਾਈ। ਤੇ ਇਧਰ ਸਾਧ ਸੰਗਤ ਜੀ ਚੰਦੂ ਖੁਸ਼ ਹੁੰਦਾ ਕਿਉਂਕਿ ਮਨ ਭਾਉਂਦੀ ਸਾਰੀ ਗੱਲ ਬਣ ਗਈ ਹੈ। ਤੇ ਇਹ ਪਾਪੀ ਚੰਦੂ ਨੇ ਬਾਦਸ਼ਾਹ ਜਹਾਂਗੀਰ ਦੀ ਮੱਤ ਮਾਰ ਦਿੱਤੀ ਹੈ। ਉਚਿਤ ਤਾਨ ਚਿਤ ਸਕਲ ਬਿਸਰਾਈ। ਉਚਤਾ ਅਨੁਚਿਤ, ਉਚਿਤ ਕੀ ਹੈ ਅਨੁਚਿਤ ਕੀ ਹੈ। ਬਾਦਸ਼ਾਹ ਨੇ ਚੰਗਾ ਮਾੜਾ ਸਭ ਭੁਲਾ ਦਿੱਤਾ ਤੇ ਚੰਦੂ ਦੇ ਮਗਰ ਲੱਗ ਬੈਠਾ। ਤੋ ਸਾਧ ਸੰਗਤ ਜੀ ਇਹ ਕਵੀ ਸੰਤੋਖ ਸਿੰਘ ਜੀਆਂ ਨੇ ਇਹ ਬਾਦਸ਼ਾਹ ਜਹਾਂਗੀਰ ਨੂੰ ਇੱਥੇ ਪ੍ਰਸੰਗ ਵਿੱਚ ਬੜਾ ਨਰਮ ਵਿਖਾਇਆ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਵੀ ਇਹ ਚੰਦੂ ਦੇ ਪਿੱਛੇ ਲੱਗ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਇਸ ਤਰ੍ਹਾਂ ਜਿਹੜਾ ਹੈ ਸ਼ਹੀਦੀ ਦੇ ਇਹਨੇ ਫਰਮਾਨ ਜਾਰੀ ਕੀਤੇ ਸੀ। ਪਰ ਵਾਸਤਵ ਵਿੱਚ ਬਾਦਸ਼ਾਹ ਜਹਾਂਗੀਰ ਜਿਉਂ ਤਖਤ ਬੈਠਾ ਸਾਧ ਸੰਗਤ ਜੀ ਉਦੋਂ ਤੋਂ ਲੈ ਕੇ ਗੁਰੂ ਘਰ ਨਾਲ ਈਰਖਾ ਕਰਦਾ ਸੀ। ਇਹਦਾ ਆਪਦੀ ਲਿਖੀ ਹੋਈ ਪੁਸਤਕ ਹੈ, ਇਹਦੇ ਸਮੇਂ 'ਚ ਲਿਖੀ ਜਹਾਂਗੀਰ ਦੇ ਤੁਜਕੇ ਜਹਾਂਗੀਰ। ਉਹ ਜਹਾਂਗੀਰੀ ਤੁਜਕੇ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਨਾ ਕਿਸੇ ਤਰੀਕੇ ਸਜ਼ਾ ਸ਼ਹੀਦ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ। ਜੋ ਇਹਨਾਂ ਨੇ ਮੁਸਲਮਾਨ ਬਹੁਤ ਭੋਲੇ ਭਾਲੇ ਗਿਣਤੀ ਵਿੱਚ ਜਿਨ੍ਹਾਂ ਨੂੰ ਆਪਦੇ ਸਿੱਖ ਬਣਾ ਰਹੇ ਸਨ, ਉਹ ਸਾਧ ਸੰਗਤ ਜੀ ਇਸ ਕਰਕੇ ਖਤਰੇ ਵੀ ਮੁਸਲਮਾਨ ਕਿਉਂ ਸਿੱਖ ਬਣ ਰਹੇ ਹੈ ਇਹ ਵਿਚਾਰ ਕਰਕੇ ਨਾ ਇਹ ਸ਼ੁਰੂ ਤੋਂ ਲੈ ਕੇ ਹੀ ਜਿਹੜਾ ਇਹ ਬਾਦਸ਼ਾਹ ਜਹਾਂਗੀਰ ਹੈ ਗੁਰੂ ਅਰਜਨ ਦੇ ਪਾਤਸ਼ਾਹ ਨਾਲ ਖੁਣ ਸਿਖਾਉਂਦਾ ਸੀ। ਕਵੀ ਸੰਤੋਖ ਸਿੰਘ ਸਾਹਿਬ ਜੀਆਂ ਭਾਵੇਂ ਚੰਦੂ ਮਗਰ ਲੱਗ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਵੈਰ ਕਰਦਾ ਇੱਥੇ ਜਣਾਇਆ ਹੈ। ਤੋ ਕਿਉਂਕਿ ਜਹਾਂਗੀਰ ਬਾਦਸ਼ਾਹ ਬਾਅਦ ਵਿੱਚ ਸਾਧ ਸੰਗਤ ਜੀ ਚੰਦੂ ਨੂੰ ਹਵਾਲੇ ਜੋ ਕਰ ਦਿੱਤਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੀ ਬਾਦਸ਼ਾਹ ਜਹਾਂਗੀਰ ਨੇ। ਇਸ ਲਈ ਭੁਲੇਖੇ ਦੇ ਨਾਲ ਜਿਹੜੇ ਕਵੀ ਸੰਤੋਖ ਸਿੰਘ ਜੀ ਉਹ ਬਾਦਸ਼ਾਹ ਜਹਾਂਗੀਰ ਨੂੰ ਥੋੜ੍ਹਾ ਨਰਮ ਵਿਖਾ ਰਹੇ ਹੈ ਤੇ ਚੰਦੂ ਨੇ ਮੱਤ ਮਾਰ ਦਿੱਤੀ ਇਸ ਤਰ੍ਹਾਂ ਦੇ ਬਚਨ ਕਹਿ ਕੇ ਤੇ ਸ਼ਾਹੀ ਫਰਮਾਨ ਬਾਦਸ਼ਾਹ ਜਹਾਂਗੀਰ ਨੇ ਗੁੱਸੇ ਵਿੱਚ ਲਿਖ ਲਿਖਵਾ ਦਿੱਤਾ ਹੈ। ਜਿਨ ਕੀ ਕਰਤ ਸਤਤ ਲਖ ਪੀਰ। ਵੇਖੋ ਹੁਣ ਬਾਦਸ਼ਾਹ ਜਹਾਂਗੀਰ ਜਿਨ੍ਹਾਂ ਦੀ ਉਸਤਤੀ ਕਰਦਾ ਸੀ ਨਾ ਪੀਰ ਜਾਣ ਕੇ ਵੱਡੇ ਜਾਣ ਕੇ ਡੰਨ ਚਾਹੈ ਮੂਰਖ ਤਿਨ ਤੀਰ। ਪਰ ਹੁਣ ਉਹੀ ਮੂਰਖ ਬਾਦਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਦੇ ਕਿੱਥੇ ਚਰਨਾਂ ਦਾ ਸ਼ਰਧਾਲੂ ਸੀ। ਪਰ ਪਾਪੀ ਚੰਦੂ ਦੇ ਮਗਰ ਜੋ ਜੈਸੀ ਸੰਗਤ ਮਿਲੇ ਉਹ ਚੰਦੂ ਦੇ ਮਗਰ ਲੱਗ ਕੇ ਹੁਣ ਅੱਜ ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇ ਪਾਤਸ਼ਾਹ ਤੋਂ ਡੰਨ ਲਿਆ ਚਾਹੁੰਦਾ ਹੈ। ਧਨ 2 ਲੱਖ ਦੀਜੀਐ ਆਏ। ਚਿੱਠੀ ਲਿਖਵਾਈ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਛੇਤੀ ਤੋਂ ਛੇਤੀ ਲਾਹੌਰ ਪਹੁੰਚੋ ਤੇ ਅਸੀਂ ਤੁਹਾਨੂੰ 2 ਲੱਖ ਰੁਪਇਆ ਡੰਨ ਪਾਉਣੇ ਆ। 2 ਲੱਖ ਰੁਪਇਆ ਮਾਇਆ ਸਰਕਾਰੀ ਖਜ਼ਾਨੇ ਵਿੱਚ ਜੁਰਮਾਨਾ ਜਮ੍ਹਾਂ ਕਰਵਾਓ ਜੀ। ਤੁਮਨੇ ਕੀਨ ਸੁਬਾਤ ਬਿਜਾਏ। ਤੁਸੀਂ ਸਾਡੇ ਉਲਟ ਤੁਰੇ ਹੋ, ਹਕੂਮਤ ਦੀ ਬਦਖਿਲਾਫੀ ਕੀਤੀ ਹੈ। ਸਹਿਜਾਦਾ ਜੋ ਹਮ ਹਾਨਿਕਾਰਿਓ। ਜਿਹੜਾ ਸਹਿਜਾਦਾ ਖੁਸਰੋ
ਸਾਡੇ ਨਾਲ ਬਗਾਵਤ ਤੇ ਉਤਰਿਆ, ਜਿਹਨੂੰ ਅਸੀਂ ਰਾਜ ਭਾਗ ਵਿੱਚੋਂ ਕੱਢਿਆ ਹੋਇਆ ਦੇਸ਼ ਨਿਕਾਲਾ ਦਿੱਤਾ ਸੀ, ਰਿਪ ਸਮਾਨ ਔਰ ਮਹਿ ਨਿਰਤਾਰਿਓ, ਜਿਹਨੂੰ ਮੈਂ ਆਪਦੇ ਪੁੱਤਰ ਖੁਸਰੋ ਨੂੰ ਦੁਸ਼ਮਣ ਦੇ ਵਰਗਾ ਜਾਣਦਾ ਹਾਂ। ਟਿਕਨ ਨ ਦਇਓ ਨਹਿ ਨਿਕਟ ਸੋ ਕਾਹੂ, ਕਿਸੇ ਨੇ ਵੀ ਆਪਦੇ ਕੋਲ ਉਹਨੂੰ ਪਨਾਹ ਨਹੀਂ ਦਿੱਤੀ ਸਾਰੇ ਹਿੰਦੁਸਤਾਨ ਦੇ ਵਿੱਚ। ਤੁਮ ਧਨ ਦੀਨਸ ਰਾਖਿਓ ਪਾਹੂ, ਪਰ ਤੁਸੀਂ ਇਹ ਕੀ ਅਵੱਗਿਆ ਕੀਤੀ ਸਾਡੇ ਹੁਕਮ ਦੀ, ਸ਼ਾਹੀ ਫੁਰਮਾਨ ਦੀ। ਦੇਸ਼ ਨਿਕਾਲਾ ਦਿੱਤੇ ਹੋਏ ਉਹ ਹਕੂਮਤ ਦੇ ਬਾਗੀ ਖੁਸਰੋ ਨੂੰ ਨਾਲੇ ਤੁਸੀਂ ਆਪਣੇ ਘਰ ਵਿੱਚ ਰੱਖਿਆ ਤੇ ਨਾਲੇ ਉਹਨਾਂ ਨੂੰ ਮਾਇਆ ਦਿੱਤੀ ਹੈ। ਆਇਸ ਜਹਾਂਗੀਰ ਕੀ ਲੈ ਕੇ, ਹਾਂ, ਤੁਸੀਂ ਜਹਾਂਗੀਰ ਬਾਦਸ਼ਾਹ, ਇੱਕ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਸਾਧ ਸੰਗਤ ਦੀ ਚਿੱਠੀ 'ਚ ਲਿਖਵਾਇਆ ਤੇ ਚੰਦੂ ਨੇ ਬਾਦਸ਼ਾਹ ਜਹਾਂਗੀਰ ਦੀ ਆਗਿਆ ਲੈ ਕਰਕੇ, ਚੰਦੂ ਦੁਸ਼ਟ ਲਿਖਿਓ ਬਿਧ ਕਹਿ ਕੈ, ਤੇ ਚੰਦੂ ਨੇ ਹੋਰ ਵਧਾ ਚੜਾ ਕੇ ਚਿੱਠੀ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖੀ ਨਾ, ਉਹਦੇ ਵਿੱਚ ਹੋਰ ਕੋਲੋਂ ਵਧਾ ਚੜਾ ਕੇ ਕਈ ਗੱਲਾਂ ਵੀ ਲਿਖ ਦਿੱਤੀਆਂ ਨੇ। ਸਾਹੋ ਕਹੇ ਕੋ 10 ਗੁਣ ਰਿਸ ਕੋ, ਜਿੰਨਾ ਬਾਦਸ਼ਾਹ ਨੇ ਕਿਹਾ ਸੀ ਨਾ ਲਿਖਣ ਨੂੰ, ਉਦੋਂ 10 ਗੁਣਾ ਵੱਧ ਜਿਹੜਾ ਹੈ ਉਹ ਗੁੱਸਾ ਵਧਾ ਕੇ ਮਨ ਵਿੱਚ ਚੰਦੂ ਨੇ ਚਿੱਠੀ ਲਿਖੀ ਹੈ। ਲਿਖਿਓ ਕਠੋਰ ਹੁਕਮ ਗੁਰ ਦਿਸ਼ ਕੋ, ਗੁਰੂ ਅਰਜਨ ਦੇਵ ਸਾਹਿਬ ਵਾਲੇ ਪਾਸੇ ਨੂੰ ਸ਼ਾਹੀ ਹੁਕਮ ਚੰਦੂ ਨੇ ਬਾਦਸ਼ਾਹ ਨੂੰ ਮਨਾ ਕੇ ਲਿਖ ਲਿਖਵਾ ਦਿੱਤਾ ਹੈ। ਅਹਦੀ ਕੋ ਨਿਜ ਨਿਕਟ ਹਕਾਰਾ, ਤੇ ਇੱਕ ਅਹਿਦੀਏ ਨੂੰ ਚਿੱਠੀ ਦੇਣ ਵਾਲੇ ਨੂੰ ਆਪਦੇ ਪਾਸ ਬੁਲਾ ਕਰਕੇ, ਤਿਨ ਪਰ ਸਾਹੋ ਕ੍ਰੋਧ ਵੱਡ ਧਾਰਾ, ਤੇ ਬਾਦਸ਼ਾਹ ਜਹਾਂਗੀਰ ਨੇ ਬੜਾ ਕ੍ਰੋਧ ਧਾਰ ਕੇ ਮਨ ਵਿੱਚ ਗਹ ਪਰਵਾਨਾ ਗਮਨਹ ਤੂਰਨ, ਆਖਿਆ, ਹੈ ਫੌਜਦਾਰ ਸੈਨਿਕ ਅਹਿਦੀਏ, ਆਪ ਸ਼ਾਹੀ ਫਰਮਾਨ ਲੈ ਜਾ ਤੇ ਛੇਤੀ ਦੇ ਨਾਲ ਗੁਰੂ ਅਰਜਨ ਦੇ ਪਾਸ ਪਹੁੰਚਦਾ ਕਰ। ਲਿਹੋ 2 ਲੱਖ ਦਰਬ ਕਰ ਪੂਰਨ, ਤੇ ਆਖੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੀ 2 ਲੱਖ ਰੁਪਈਆ ਪੂਰਾ ਸੀ ਤੁਹਾਥੋਂ ਜੁਰਮਾਨਾ ਜਿਹੜਾ ਪਾਇਆ ਉਹ ਵਸੂਲਣਾ ਹੈ। ਜਾਹੋ ਸੁਧਾ ਸਰ ਹੁਕਮ ਪ੍ਰਕਾਸ਼, ਇਹ ਸਾਡਾ ਹੁਕਮ ਛੇਤੀ ਤੋਂ ਛੇਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤਾ ਜਾਵੇ। ਲਿਹੋ ਸਭ ਕਿਛ ਸ੍ਰੀ ਅਰਜਨ ਪਾਸ, ਤੇ 2 ਲੱਖ ਰੁਪਈਆ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੋਂ ਤੈਂ ਮੁੜਨਾ ਹੈ। ਮੇਰੇ ਦੁਲ ਨਾ ਬੋਲਾ ਲਿਹੋ ਧਨ ਰਾਸੀ, ਤੇ ਉਥੋਂ ਧਨ ਲੈ ਕੇ ਵਾਪਸ ਮੁੜਨਾ, ਤੂੰ ਕੁਝ ਨਾਲ ਫੌਜ ਲੈ ਜਾ। ਤੇ ਉਹਨਾਂ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਕੋਈ ਨਰਮੀ ਨਹੀਂ ਵਰਤਣੀ, ਪੂਰੇ ਕਰੜੇ ਰੋਹਬ ਦੇ ਬਚਨ ਕਰਨੇ, ਕੋਈ ਬਚਨਾਂ ਵਿੱਚ ਸਤਿਕਾਰ ਨਹੀਂ ਕਰਨਾ ਹੈ। ਨਾਹੇ ਤਾਂ ਆਨਹ ਹਜਰਤ ਪਾਸੀ, ਨਹੀਂ ਤੇ ਤੁਸੀਂ, ਚੰਦੂ ਕਹਿੰਦਾ ਨਹੀਂ ਤਾਂ ਬਾਦਸ਼ਾਹ ਜਹਾਂਗੀਰ ਦੇ ਪਾਸ ਗੁਰੂ ਅਰਜਨ ਦੇਵ ਸਾਹਿਬ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਅਪਰ ਕਿਸੂ ਕੋ ਕਹਿਓ ਨਾ ਕੀਜਹਿ, ਤੇ ਹੋਰ ਕਿਸੇ ਦੀ ਗੱਲ ਨਹੀਂ ਮੰਨਣੀ, ਚਾਹੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਦੇ ਕੁਛ ਆਖੀ ਜਾਣ, ਪਰ ਤੂੰ ਕੇਵਲ ਤੇ ਕੇਵਲ ਬਾਦਸ਼ਾਹ ਜਹਾਂਗੀਰ ਦਾ ਹੁਕਮ ਮੰਨਣਾ ਤੇ ਬੜੀ ਸਖਤੀ ਨਾਲ ਪੇਸ਼ ਆਉਣਾ ਹੈ। ਗਮਨਹ ਅਬਹਿ ਛਿਪਰ ਪਹੁੰਚੀਜਹਿ, ਛੇਤੀ ਪਹੁੰਚਣਾ ਕਰੋ, ਤੁਸੀਂ ਹੁਣੇ ਹੀ ਚਾਲਾ ਪਾ ਦਿੱਤਾ ਜਾਵੇ। ਚੱਲਿਓ ਅਹਦੀਆ ਲੈ ਪਰਵਾਨਾ, ਸਾਧ ਸੰਗਤ ਜੀ, ਪਰਵਾਨਾ ਲੈ ਕੇ ਇੱਕ ਮਨੁੱਖ ਅਹਿਦੀਆ ਇਥੋਂ ਤੁਰਿਆ ਹੈ ਲਾਹੌਰ ਤੋਂ। ਪੀਛੇ ਔਰ ਪਾਪੀ ਹਰ ਖਾਨਾ, ਤੇ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਅੰਮ੍ਰਿਤਸਰ ਨੂੰ ਤੁਰਿਆ। ਪਿੱਛੇ ਪਾਪੀ ਚੰਦੂ ਬਹੁਤ ਖੁਸ਼ ਹੋ ਰਿਹਾ ਵੀ ਮੇਰੇ ਮਨ ਦੀ ਅੱਜ ਭੌਂਦੀ ਹੋ ਗਈ ਹੈ। ਬੀਤੇ ਸੰਮਤ ਕਰਤ ਉਪਾਉ, ਮਨ ਚ ਸੋਚਦਾ ਕਿੰਨੇ ਸਾਲ ਲੰਘ ਗਏ ਐ, ਮੈਨੂੰ ਆਹ ਦਿਨ ਢੀਕਦਿਆਂ ਨੂੰ ਮੈਂ ਬੜੇ ਪਾਪੜ ਵੇਲੇ ਹਨ। ਅਬ ਕੁਛ ਲਾਗਿਓ ਮੇਰੋ ਦਾਊ, ਪਰ ਮਸਾਂ ਕਿਤੇ ਜਾ ਕਰਕੇ ਅੱਜ ਮੇਰਾ ਦਾ ਲੱਗਿਆ ਹੈ, ਬਾਦਸ਼ਾਹ ਮੈਂ ਮਨਾ ਲਿਆ ਹੈ। ਲੈ ਹਾਂ ਬੈਰ ਦਿਓ ਦੁਖ ਤੈਸੇ, ਮੈਂ ਹੁਣ ਗੁਰੂ ਅਰਜਨ ਦੇਵ ਸਾਹਿਬ ਤੋਂ ਬਦਲਾ ਲਵਾਂਗਾ, ਇਹਨਾਂ ਨੂੰ ਭਾਰੀ ਦੁੱਖ ਦੇਵਾਂਗਾ। ਸੁਤਾ ਮੋਹੇ ਸੰਕਟ ਲਹਿ ਜੈਸੇ, ਜਿਵੇਂ ਮੇਰੀ ਧੀ ਨੂੰ ਸਦਾ ਕੌਰ ਨੂੰ ਦੁੱਖ ਮਿਲਿਆ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਦੁੱਖ ਦਿੱਤਾ ਜਾਵੇਗਾ। ਨਹਿ ਪੈ ਕਰਿਓ ਨਾ ਲੀਨ ਸਗਾਈ, ਇਹਨਾਂ ਨੇ ਡਰ ਨਹੀਂ ਮੰਨਿਆ ਵੀ ਮੈਂ ਦੀਵਾਨ ਆ ਬਾਦਸ਼ਾਹ ਦਾ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਮੇਰਾ ਡਰ ਨਹੀਂ ਮੰਨਿਆ ਤੇ ਮੇਰੀ ਪੁੱਤਰੀ ਦਾ ਰਿਸ਼ਤਾ ਨਹੀਂ ਕਬੂਲ ਕੀਤਾ ਸੀ। ਕਰ ਬਿਨਤੀ ਭੀ ਮੋਹੇ ਪਠਾਈ, ਮੈਂ ਬੇਨਤੀ ਵੀ ਕੀਤੀ ਵੀ ਸੱਚੇ ਪਾਤਸ਼ਾਹ ਮੇਰੀ ਪੁੱਤਰੀ ਦਾ ਰਿਸ਼ਤਾ ਲੈ ਲਵੋ, ਪਰ ਗੁਰੂ ਅਰਜਨ ਦੇਵ ਜੀਆਂ ਨੇ ਰਿਸ਼ਤਾ ਠੁਕਰਾ ਦਿੱਤਾ ਸੀ ਹਰਗੋਬਿੰਦ ਸਾਹਿਬ ਵਾਸਤੇ। ਲਾਗੀ ਅਬ ਲਾਂਚ ਨਾ ਤਾਤੀ, ਪਰ ਉਦੋਂ ਦਾ ਮੈਂ ਬਦਲਾ ਲੈਣਾ ਚਾਹੁੰਦਾ ਸੀ,
ਹੁਣ ਤੀਕਰ ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਤੱਤੀ ਵਾਰ ਨਹੀਂ ਲੱਗੀ। ਬੈਠ ਰਹਿਓ ਘਰ ਸੀਤਲ ਛਾਤੀ। ਤੇ ਆਨੰਦ ਦੇ ਨਾਲ ਆਪਦੇ ਪੁੱਤਰ ਹਰਗੋਬਿੰਦ ਸਾਹਿਬ ਦੇ ਵਿਆਹ ਕਰਦੇ ਫਿਰਦੇ ਐ, ਘਰ ਵਿੱਚ ਖੁਸ਼ੀਆਂ ਮਨਾਉਂਦੇ ਫਿਰਦੇ ਐ। ਮੇਰੇ ਘਰ ਵਿੱਚ ਮਾਤਮ ਛਾਇਆ ਹੋਇਆ ਹੈ, ਮੇਰੇ ਦੁਸ਼ਮਣ ਉਹ ਖੁਸ਼ੀਆਂ ਮਨਾ ਰਹੇ ਹਨ। ਕਰਤ ਰਹਿਓ ਮੈਂ ਜਤਨ ਕਨੇਰੇ। ਹੁਣ ਤੀਕਰ ਮੈਂ ਬੜੇ ਯਤਨ ਕੀਤੇ ਹਨ, ਤਿਨ ਕੇ ਸੰਕਟ ਗਇਓ ਨ ਨੇਰੇ। ਪਰ ਗੁਰੂ ਅਰਜਨ ਦੇਵ ਸਾਹਿਬ ਦੇ ਦੁੱਖ ਕਦੇ ਨੇੜੇ ਨਹੀਂ ਗਿਆ। ਬੜੇ ਉਦਮ ਕੀਤੇ, ਸੁਲੱਭੀ ਸੁਲਹੀ ਵਰਗੇ, ਪ੍ਰਿਥੀ ਚੰਦ ਵਰਗੇ ਵੀ ਨਾਲ ਗੰਢੇ, ਸਭ ਮਾਰੇ ਗਏ ਹਨ। ਖਤ੍ਰਿਣ ਵਿਖੈ ਲਾਜ ਮਮ ਖੋਈ। ਤੇ ਮੇਰੀ ਸ਼ਰੀਕੇ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਰਕੇ ਇੱਜ਼ਤ ਮਿੱਟੀ ਹੋ ਗਈ ਹੈ। ਕਰਨ ਸੰਬੰਧ ਨ ਮਾਨੈ ਕੋਈ। ਸਾਰੇ ਕਹਿੰਦੇ ਆ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਵਾਸਤੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਨਹੀਂ ਲਿਆ, ਜਿਸ ਕਰਕੇ ਮੇਰੀ ਧੀ ਦਾ ਰਿਸ਼ਤਾ ਹੁਣ ਕੋਈ ਨਹੀਂ ਲੈ ਰਿਹਾ ਹੈ। ਸੋ ਬਦਲਾਬ ਆਵਹਿ ਹਾਥ। ਤੇ ਕਹਿੰਦੇ ਆ ਵੀ ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਨੇ ਰਿਸ਼ਤਾ ਠੁਕਰਾ ਦਿੱਤਾ, ਹੋਰ ਰਿਸ਼ਤਾ ਨਹੀਂ ਲੈ ਰਿਹਾ ਮੇਰੀ ਪੁੱਤਰੀ ਦਾ ਕੋਈ। ਤੇ ਚੰਦੂ ਸੋਚਦਾ ਮਨ ਵਿੱਚ, ਹੁਣ ਉਸ ਗੱਲ ਦਾ ਸਮਾਂ ਮੇਰੇ ਹੱਥ ਆ ਗਿਆ ਹੈ, ਆਪਦੀ ਕੀਤੀ ਹੋਈ ਬੇਇੱਜ਼ਤੀ ਦਾ ਮੈਂ ਬਦਲਾ ਲਵਾਂਗਾ। ਇਮ ਵਿਚਾਰ ਮੂਰਖ ਮੁਦ ਸਾਥ। ਕਵੀ ਜੀ ਕਹਿੰਦੇ ਇਸ ਤਰ੍ਹਾਂ ਵਿਚਾਰਦਾ ਹੋਇਆ, ਮਨ ਵਿੱਚ ਗੱਲਾਂ ਕਲਪਦਾ ਹੋਇਆ, ਇਹ ਭਾਰੀ ਮੂਰਖ ਚੰਦੂ ਖੁਸ਼ ਹੋ ਰਿਹਾ ਵੈ। ਨਹਿ ਜਾਣਹਿ ਨਿਜ ਮੂਲ ਉਪਾਰਤ। ਪਰ ਇਹ ਨਹੀਂ ਜਾਣਦਾ ਗੁਰੂ ਘਰ ਦੇ ਨਾਲ ਮੱਥਾ ਲਾ ਕੇ ਮੈਂ ਆਪਦੀ ਜੜ ਪੱਟ ਰਿਹਾ ਹਾਂ, ਆਪਦੀ ਜੜ ਖੋਖਲੀ ਕਰ ਲਈ ਹੈ। ਆਪਣੇ ਪਰ ਅਪਦਾ ਵੱਡ ਡਾਰਤ। ਇਹਨੂੰ ਇਹ ਨਹੀਂ ਪਤਾ ਵੀ ਮੈਂ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤਸੀਹੇ ਦਿਵਾਉਣ ਦੇ ਮਨ ਵਿੱਚ ਫੁਰਨੇ ਰੱਖਦਾ, ਪਰ ਸਮਾਂ ਆਵੇਗਾ ਇਹਨਾਂ ਦਾ ਸਾਹਿਬਜ਼ਾਦਾ ਮੇਰੇ ਨੱਕ ਵਿੱਚ ਨੱਥ ਪਾ ਕੇ ਲਿਜਾਵੇਗਾ, ਜਿਵੇਂ ਵਾਰਾ ਪਸ਼ੂ ਨੂੰ ਪਾਈ ਦੀ ਹੈ। ਇਸ ਜਗ ਮਹਿ ਦੁਖ ਭੋਗ ਕਨੇਰੇ। ਕਵੀ ਜੀ ਕਹਿੰਦੇ ਇਹ ਗੁਰੂ ਅਰਜਨ ਦੇਵ ਸਾਹਿਬ ਨਾਲ ਕੀਤੀ ਹੋਈ ਈਰਖਾ ਜਿਹੜੀ ਹੈ, ਇਹਦਾ ਫਲ ਹੋਵੇਗਾ ਚੰਦੂ ਨੂੰ ਇਸ ਧਰਤੀ ਤੇ ਬੜੇ ਦੁੱਖ ਭੋਗਣੇ ਪੈਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਖਾਲਸਾ ਦੀ ਨੱਕ 'ਚ ਨੱਥ ਪਾ ਕੇ ਤੇ ਕੁੱਤੇ ਵਾਂਗੂ ਗਲੀਆਂ 'ਚ ਫਿਰਾਇਆ ਸੀ। ਹਰੇਕ ਸਿੱਖ ਤੋਂ 5-5 ਜੁੱਤੀਆਂ ਮਰਾਈਆਂ ਸੀ। ਇਹਦੇ ਸਿਰ ਵਿੱਚ ਅੱਗੇ ਪ੍ਰਸੰਗ ਆਵੇਗਾ, ਤਾਂ ਉਹ ਸਾਰਾ ਜਿਵੇਂ ਵੀ ਪ੍ਰਸੰਗ ਉਹ ਸੁਣਾਂਗੇ। ਉਹ ਇਹ ਚੰਦੂ ਸੋਚਦਾ ਹੈ ਵੀ ਮੈਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਵੈਰ ਲੈਂਦਿਆਂ ਤਸੀਹੇ ਦੁੱਖ ਦੇਵਾਂਗਾ, ਪਰ ਕਵੀ ਜੀ ਕਹਿੰਦੇ ਮਾੜੀ ਮੱਤ ਹੈ, ਇਹਨੂੰ ਪਤਾ ਨਹੀਂ ਵੀ ਮੈਨੂੰ ਬੜੇ ਭਾਰੀ ਦੁੱਖ ਮਿਲਣੇ ਆ ਗੁਰੂ ਪਾਤਸ਼ਾਹ ਦੇ ਨਾਲ ਮੱਥਾ ਲਾ ਕਰਕੇ। ਮਰਿਓ ਕੁਮ੍ਰਿਤ ਅੰਤ ਕੀ ਬੇਰੇ। ਇਹ ਗੁਰੂ ਪਾਤਸ਼ਾਹ ਦੀ ਈਰਖਾ ਕਾਰਨੀ ਚੰਦੂ ਪਾਪੀ ਅੰਤਲੇ ਸਮੇਂ ਫਿਰ ਗੁਰਦਿੱਤੇ ਪੜਪੂੰਜੇ ਸਾਧ ਸੰਗਤ ਜੀ ਦੇ ਸਿਰ 'ਚ ਰੇਤਾ ਪਾਇਆ ਸੀ ਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ, ਉਸੇ ਦੇ ਹੱਥੋਂ ਫਿਰ ਮਰਵਾਇਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਉਹ ਕਹਿੰਦਾ ਸੀ ਮਹਾਰਾਜ ਮੈਂ ਤੇ ਪਾਤਸ਼ਾਹ ਹਜੂਰ ਦੇ ਸੀਸ 'ਚ ਰੇਤਾ ਨਹੀਂ ਸੀ ਪਾਉਣਾ ਚਾਹੁੰਦਾ, ਇਹਨੇ ਮੇਰਾ ਪਰਿਵਾਰ ਫੜ ਕੇ ਕੈਦ ਕੀਤਾ, ਮੈਂ ਮਾਰਾਂਗਾ। ਆਪਦਾ ਪਰਿਵਾਰ ਬਚਾਉਣ ਖਾਤਰ ਪਾਤਸ਼ਾਹ ਮੈਂ ਤੁਹਾਡੇ ਪਿਤਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਸੀਸ 'ਚ ਰੇਤਾ ਪਾਇਆ। ਗਰੀਬ ਨਵਾਜ ਮੇਰੀ ਆਤਮਾ ਤੇ ਬੋਝ ਨਹੀਂ ਉਤਰ ਰਿਹਾ। ਇਹ ਜਦੋਂ ਸਾਧ ਸੰਗਤ ਜੀ ਉਹਦੀ ਭੱਠੀ ਦੇ ਸਾਹਮਣੇ ਆਇਆ ਨਾ, ਉਹ ਇਹ ਚੰਦੂ ਪਾਪੀ, ਤੇ ਉਹ ਜਿਹੜਾ ਭੁੰਨਣ ਵਾਲਾ ਛਾਨਣਾ ਹੁੰਦਾ, ਭੱਠੀ ਦੇ ਦਾਣੇ ਕੱਢਣ ਵਾਲਾ, ਰੇਤਾ ਮਾਰ-ਮਾਰ ਤਿੱਖਾ ਹੋਇਆ ਪਿਆ, ਇਹਨੇ ਉਹ ਗੁਰਦਿੱਤੇ ਪੜਪੂੰਜੇ ਨੇ ਚੰਦੂ ਦੀ ਵੱਖੀ 'ਚ ਪਾ ਲਿਆ ਸੀ, ਖਿੱਚ ਕੇ ਸਾਰੀਆਂ ਅੰਦਰਾਂ ਬਾਹਰ ਕੱਢ ਦਿੱਤੀਆਂ ਸਨ। ਇਹੋ ਜਿਹੀ ਭੈੜੀ ਕੁੱਤੇ ਦੀ ਮੌਤ ਮਰਨਾ ਹੈ। ਕਵੀ ਜੀ ਕਹਿੰਦੇ ਪਰ ਹੁਣ ਹੱਸਦਾ ਹੈ, ਮੂਰਖ ਨੂੰ ਪਤਾ ਨਹੀਂ ਵੀ ਮੇਰਾ ਅੰਤ ਨੇੜੇ ਆਇਆ ਹੈ। ਨਰਕ ਅਗਾਰੀ ਪਰਿਹਾਂ ਜਾਏ। ਵੀ ਇਹਨੇ ਅੱਗੇ ਜਾ ਕੇ ਨਰਕਾਂ ਵਿੱਚ ਡਿੱਗਣਾ ਹੈ, ਪਰ ਹੁਣ ਕਿੱਥੇ ਰੱਬ ਯਾਦ ਹੈ, ਅਹੁਦਾ ਇਹਦੇ ਕੋਲ ਹੈ। ਨਹਿ ਅਨਜਾਣ ਲਖੈ ਇਸ ਪਾਏ। ਇਹ ਅਣਜਾਣ ਹੈ, ਨਹੀਂ ਜਾਣਦਾ ਵੀ ਆਉਣ ਵਾਲਾ ਸਮਾਂ ਮੇਰੇ ਨਾਲ ਕੀ ਬੀਤਣਾ ਹੈ। ਚੱਲ ਲਾਹੌਰ ਤੇ ਅਹਦੀ ਆਇਓ। ਲਾਹੌਰ ਤੋਂ ਸਾਧ ਸੰਗਤ ਜੀ ਜਿਹੜਾ ਅਹਿਦੀਆ ਭੇਜਿਆ ਨਾ ਚੰਦੂ ਦਾ, ਚੱਲਦਾ ਹੋਇਆ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ। ਹੁਣ ਕਰੂਰ ਜੋ ਦੁਸ਼ਟ ਸਿਖਾਇਓ। ਤੇ ਇਹ ਦੁਸ਼ਟ ਚੰਦੂ ਨੇ ਆਖਿਆ ਸੀ ਵੀ ਉੱਥੇ ਢਿਲਣੀ ਵਰਤਣੀ, ਗੁਰੂ ਅਰਜਨ ਦੇਵ ਸਾਹਿਬ ਦੀ ਬਚਨਾਂ ਵਿੱਚ ਵੀ ਬੇਇੱਜ਼ਤੀ ਕਰਨੀ ਆ, ਜਾ ਕੇ ਕਰੜੇ ਬੋਲ ਬੋਲਣੇ ਆ, ਪ੍ਰਵਾਹ ਨਹੀਂ ਕਰਨੀ ਕਿਸੇ ਦੀ। ਉਹ ਸਾਧ ਸੰਗਤ ਜੀ ਜਿਹੜਾ ਅਹਿਦੀਆ ਵਿਚਾਰਾ, ਉਹ ਚੰਦੂ ਵੱਲੋਂ ਸਿੱਖਿਆ ਸਿਖਾਇਆ ਭੇਜਿਆ ਹੋਇਆ ਇੱਥੇ ਜਿਵੇਂ ਅੰਮ੍ਰਿਤਸਰ ਸਾਹਿਬ ਪਹੁੰਚਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਸਿਖਾਇਆ ਸੀ ਨਾ ਚੰਦੂ ਨੇ ਵੀ ਭੈੜੇ ਬੋਲ ਬੋਲਣੇ, ਜਾ ਕੇ ਬੇਇੱਜ਼ਤੀ ਕਰਨੀ ਹਜੂਰ ਦੀ ਸੰਗਤ ਦੇ ਵਿੱਚ, ਅਸੀਂ ਤੇਰੇ ਨਾਲ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪ੍ਰਤਾਪ ਵੇਖ ਕੇ ਖਾਲਸਾ ਜੀ ਮਹਾਰਾਜ ਦੇ ਚਰਨੀ ਡਿੱਗ ਪਿਆ ਸੀ ਇਹ, ਤੇ ਹਜੂਰ ਨੂੰ ਕਹਿੰਦਾ ਪਾਤਸ਼ਾਹ
ਭਾਵੇਂ ਮੈਨੂੰ ਹਕੂਮਤ ਨੇ ਆਖਿਆ ਤੁਹਾਡੇ ਨਾਲ ਸਖਤੀ ਨਾਲ ਪੇਸ਼ ਆਉਣਾ ਹੈ, ਪਰ ਗਰੀਬ ਨਵਾਜ ਤੁਹਾਡੇ ਚਿਹਰੇ ਦਾ ਪ੍ਰਤਾਪ ਹੀ ਐਸਾ, ਗਰੀਬ ਨਵਾਜ ਇੱਥੇ ਕਿਹੜਾ ਸਿਰ ਜਿਹੜਾ ਤੁਹਾਨੂੰ ਵੇਖ ਕੇ ਝੁਕਦਾ ਨਹੀਂ। ਤੇ ਸਾਧ ਸੰਗਤ ਜੀ ਗੋਡੇ ਲਾ ਕੇ ਮਹਾਰਾਜ ਦੇ ਚਰਨੀ ਨੇ ਚਿੱਠੀ ਮਹਾਰਾਜ ਗਰੀਬ ਨਵਾਜ ਦੇ ਚਰਨਾਂ ਵਿੱਚ ਰੱਖ ਦਿੱਤੀ ਸੀ। ਹਜ਼ੂਰ ਨੇ ਪੜ੍ਹਿਆ ਤੇ ਫਿਰ ਕਹਿ ਦਿੱਤਾ ਵੀ ਬਾਦਸ਼ਾਹ ਜਹਾਂਗੀਰ ਨੂੰ ਆਖੋ ਅਸੀਂ ਆਪ ਲਾਹੌਰ ਆਵਾਂਗੇ, ਚਿੰਤਾ ਨਾ ਕਰੇ, ਕਰ ਲਵੇ ਜੋ ਕੁਝ ਉਹਨੇ ਕਰਨਾ ਹੈ। ਤੋਂ ਅੱਗੇ ਜਿਵੇਂ ਸਾਧ ਸੰਗਤ ਜੀ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਾਣ ਗਏ ਹੈ ਆਉਣ ਵਾਲਾ ਸਮਾਂ, ਕਿਉਂਕਿ ਜਾਨੀ ਜਾਣ ਹੈ ਪਾਤਸ਼ਾਹ ਜੀ। ਲਾਹੌਰ ਸ਼ਹਾਦਤ ਦੇਣ ਗਿਆ ਸੀ, ਮੁੜਨਾ ਨਹੀਂ। ਜਾਣ ਕੇ ਸੱਚੇ ਪਾਤਸ਼ਾਹ ਜੀ ਇਹ ਗੱਲ ਨੂੰ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਨੱਧ ਬੱਧ ਤੇ ਤਿਆਰ ਬਰ ਤਿਆਰ ਰਹਿਣ ਦਾ ਆਦੇਸ਼ ਹੁਕਮ ਦੇ ਕੇ ਸਾਰੇ ਸਿੱਖਾਂ ਨੂੰ ਇਹ ਜਿਹੜਾ ਵਾ ਹੁਕਮ ਕਰ ਦਿੱਤਾ ਵੀ ਆਉਣ ਵਾਲੇ ਤਖਤ ਨਸ਼ੀਨ ਧੰਨ ਗੁਰੂ ਹਰਗੋਬਿੰਦ ਸਾਹਿਬਜ਼ਾਦੇ ਸਾਡੇ ਹੋਣਗੇ। ਤੇ ਆਪ ਸੱਚੇ ਪਾਤਸ਼ਾਹ ਜੀ ਫਿਰ ਸਾਧ ਸੰਗਤ ਜੀ ਲਾਹੌਰ ਗਏ। ਉੱਥੇ ਇੱਕ ਦੋ ਸਿੱਖਾਂ ਦੇ ਮਨ ਦਾ ਫੁਰਨਾ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਕਿਤੇ ਸਾਡੇ ਵੀ ਘਰ ਚਰਨ ਪਾਉਣ। ਉਹਨਾਂ ਸਿੱਖਾਂ ਦੇ ਫੁਰਨੇ ਨੂੰ ਮਹਾਰਾਜ ਜੀਆਂ ਨੇ ਪੂਰਾ ਕਰਦਿਆਂ ਹੋਇਆਂ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਏ, ਲਾਹੌਰ ਦੀ ਸੰਗਤ ਨੂੰ ਤਾਰਿਆ। ਫਿਰ ਸੱਚੇ ਪਾਤਸ਼ਾਹ ਜੀ ਜਿਵੇਂ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਦੇ ਪਾਸ ਲਾਹੌਰ ਕਚਹਿਰੀ ਵਿੱਚ ਪਹੁੰਚੇ, ਉਹ ਸ਼ਹਾਦਤ ਦੇ ਪ੍ਰਸੰਗ ਜਿਵੇਂ ਜਿਵੇਂ ਆਉਣਗੇ ਵੱਡੇ ਭਾਗ ਖਾਲਸਾ ਜੀ, ਕਿਉਂਕਿ ਆ 3 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਵੀ ਆ ਰਹੇ ਹੈ। ਤੇ ਨਾਲ ਹੀ ਖਾਲਸਾ ਜੀ ਵੇਖੋ ਉਹ ਸ਼ਹੀਦੀ ਦੇ ਪ੍ਰਸੰਗ ਵੀ ਚੱਲ ਰਹੇ ਜਿਹੜੇ ਕਵੀ ਸੰਤੋਖ ਸਿੰਘ ਨੇ ਬਰੀਕੀ ਦੇ ਨਾਲ ਲਿਖੇ ਹੈ, ਬੇਸ਼ ਬਰੀਕੀ ਦੇ ਨਾਲ ਲਿਖੇ ਹੈ, ਜਿਹਦਾ ਕੋਈ ਅੰਤ ਨਹੀਂ। ਇੰਨੇ ਢੰਗ ਤਰੀਕੇ ਨਾਲ ਕਾਵ ਰਚਨਾ, ਛੋਟੇ ਛੋਟੇ ਪੱਖ ਵੀ ਤਰੀਕੇ ਨਾਲ ਸਾਹਮਣੇ ਪੇਸ਼ ਕੀਤੇ ਸੰਗਤ ਦੇ। ਉਹ ਆਪਾਂ ਕਥਾ ਰੋਜ਼ ਸੁਣ ਰਹੇ ਹਾਂ, ਨਾਲ ਹੀ ਸ਼ਹਾਦਤ ਦੇ ਦਿਨ ਸੁੰਦਰ ਚੱਲ ਰਹੇ ਹੈ। ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸ਼ਹਾਦਤ ਤੋਂ ਆਪ ਜਾਣੂ ਹੋਈਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚੌਜੀ ਪਾਤਸ਼ਾਹ ਗਰੀਬ ਨਵਾਜ ਜੀਆਂ ਦੀ ਸ਼ਹਾਦਤ ਤੋਂ ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਈਏ। ਕਥਾ ਸਰਵਣ ਕਰਕੇ ਖਾਲਸਾ ਜੀ ਆਪਣਾ ਜਨਮ ਸਫਲਾ ਕਰੀਏ ਜੀ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਰਕ ਅਗਾਰੀ ਪਰਹਾਂ ਜਾਏ, ਨਹ ਅਨਜਾਣ ਲਖ ਹੈ ਸਪਾਏ। ਚੱਲ ਲਾਹੌਰ ਤੇ ਅਹਦੀ ਆਇਓ, ਹੋਣ ਕਰੂਰ ਜੋ ਦੁਸ਼ਟ ਸਿਖਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।